ਇਸ ਦੇ ਨਾਲ ਹੀ ਅੱਜ ਦੇ ਵਚਨ ਦੇ ਵਿੱਚ ਚੱਲਦੇ ਹੈਗੇ ਆਪਾਂ। ਜਿੱਦਾਂ ਆਪਾਂ ਨੂੰ ਪਤਾ ਹੈ ਪਿਛਲੀ ਵਾਰੀ ਜਿਹੜਾ ਵਚਨ ਸੀਗਾ ਉਹ ਵਚਨ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਕੋਈ ਵੀ ਇਨਸਾਨ ਇਹੋ ਜਿਹਾ ਨਹੀਂਗਾ ਜਿਹੜਾ ਪਰਮੇਸ਼ਵਰ ਦੀ ਦਇਆ ਤੇ ਕਿਰਪਾ ਤੋਂ ਵਾਂਝਾ ਰਹਿ ਜਾਵੇ, ਜਿਹੜਾ ਕਿ ਪਰਮੇਸ਼ਵਰ ਦੀ ਦਇਆ ਤੇ ਕਿਰਪਾ ਤੱਕ ਨਾ ਪਹੁੰਚ ਸਕੇ ਜਾਂ ਪਰਮੇਸ਼ਵਰ ਦੀ ਦਇਆ ਤੇ ਕਿਰਪਾ ਉਸ ਬੰਦੇ ਤੱਕ ਨਾ ਪਹੁੰਚ ਸਕੇ। ਕੋਈ ਵੀ ਇਹੋ ਜਿਹਾ ਇਨਸਾਨ ਨਹੀਂਗਾ। ਇਹ ਆਪਾਂ ਜਿਹੜਾ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀਗੀ, ਆਪਾਂ ਸਾਊਲ ਦੀ ਗੱਲ ਕੀਤੀ ਸੀਗੀ ਪਿਛਲੀ ਵਾਰੀ ਕਿ ਕਿੱਦਾਂ ਪਰਮੇਸ਼ਵਰ ਨੇ ਮਿਹਰ ਕੀਤੀ, ਕਿੱਦਾਂ ਸਾਊਲ ਦੀ ਕੀ ਕੁਛ ਉਹਨੇ ਕੀਤਾ ਮਸੀਹੀਆਂ ਦੇ ਲਈ, ਪਰ ਫਿਰ ਵੀ ਉਹ ਪੌਲੂਸ ਬਣ ਗਿਆ। ਕਿੰਨਾ ਕੁਛ ਕਰਕੇ ਵੀ ਪਰਮੇਸ਼ਵਰ ਨੇ ਮਿਹਰ ਤੇ ਕਿਰਪਾ ਕੀਤੀ ਉਹਦੀ ਜ਼ਿੰਦਗੀ ਦੇ ਉੱਤੇ ਤੇ ਉਹ ਪੌਲੂਸ ਬਣ ਗਿਆ ਤੇ ਕਿੱਦਾਂ ਉਹਨੇ ਪਰਮੇਸ਼ਵਰ ਦੇ ਲਈ ਵੱਡੇ ਵੱਡੇ ਕੰਮ ਕੀਤੇ। ਆਮੇਨ, ਹਾਲੇਲੂਇਆ। ਕਿੱਦਾਂ ਪਰਮੇਸ਼ਵਰ ਨੇ ਜਿਹੜੇ ਬੰਦੇ ਨੂੰ ਇੱਕ ਵਾਰੀ ਬੁਲਾ ਲਿਆ, ਇੱਕ ਵਾਰੀ ਚੁਣ ਲਿਆ, ਫਿਰ ਪਰਮੇਸ਼ਵਰ ਦੇ ਪਲਾਨ ਨੇ ਜਿਹੜੇ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਖੁੱਲਣੇ ਸ਼ੁਰੂ ਹੋ ਜਾਂਦੇ ਨੇ। ਹੌਲੀ ਹੌਲੀ ਕਰਕੇ ਪਰਮੇਸ਼ਵਰ ਵੱਡੇ ਵੱਡੇ ਕੰਮ ਕਰਦਾ ਹੈ, ਦਿਖਾਉਂਦਾ ਆ, ਜੇ ਬੰਦਾ ਕਮਿਟਡ ਹੋ ਕੇ ਪਰਮੇਸ਼ਵਰ ਦੇ ਵਿੱਚ ਲੱਗਿਆ ਰਹੇ। ਆਮੇਨ, ਹਾਲੇਲੂਇਆ। ਆਪਾਂ ਗੱਲ ਕਰ ਰਹੇ ਸੀਗੇ ਕਿ ਕੋਈ ਵੀ ਬੰਦਾ ਹੋਵੇ, ਕੋਈ ਫਿਕਰ ਨਹੀਂਗਾ ਵੀ ਕਿੰਨਾ ਕੁ ਬੰਦਾ, ਜਿੱਦਾਂ ਕਹਿ ਲਓ ਕਿ ਕਿੰਨਾ ਕੁ ਬਦਮਾਸ਼ ਬੰਦਾ ਆ, ਹੈਨਾ, ਕਿੰਨਾ ਜ਼ਿਆਦਾ ਖੂਨੀ ਆ। ਪੌਲੂਸ ਖੂਨੀ ਹੋਈ ਸੀਗਾ ਕਿਉਂਕਿ ਇਹਨੇ ਮਰਵਾਏ ਸੀਗੇ ਮਸੀਹੀ ਜਿਹੜੇ ਸੀਗੇ। ਕਿੰਨਾ ਬੰਦਾ ਜਿੱਦਾਂ ਕਹਿ ਦੋ ਵੀ ਪਾਪੀਆਂ ਦਾ ਪਾਪੀ ਜਾਂ ਖੂਨੀ, ਡਾਕੂ, ਲੁਟੇਰਾ ਕੋਈ ਵੀ ਹੋਵੇ, ਉੱਥੇ ਤੱਕ ਵੀ ਪਰਮੇਸ਼ਵਰ ਦੀ ਦਇਆ ਤੇ ਕਿਰਪਾ ਪਹੁੰਚਦੀ ਹੈ। ਆਮੇਨ, ਹਾਲੇਲੂਇਆ। ਪਿਛਲੀ ਵਾਰੀ ਆਪਾਂ ਇੱਕ ਪ੍ਰੋਮਿਸ ਕੀਤਾ ਸੀਗਾ ਸਾਰਿਆਂ ਨੇ, ਜੇ ਸਾਰਿਆਂ ਨੂੰ ਯਾਦ ਹੋਵੇ, ਕਮਿਟਮੈਂਟ ਆਪਾਂ ਕੀਤੀ ਸੀਗੀ। ਆਪਾਂ ਇੱਕ ਕਿਸੇ ਦਾ ਨਾਂ ਆਪਣੇ ਅੰਦਰ ਸੋਚਿਆ ਸੀਗਾ, ਕਿਸੇ ਭੈਣ ਭਰਾ ਦਾ, ਕਿਸੇ ਦੋਸਤ ਮਿੱਤਰ ਦਾ, ਤੇ ਆਪਾਂ ਵਿਸ਼ਵਾਸ ਕਰਦੇ ਹਾਂ ਕਿ ਉਸ ਬੰਦੇ ਦੇ ਲਈ ਆਪਾਂ ਲਗਾਤਾਰ ਪ੍ਰੇਅਰ ਕਰ ਰਹੇ ਹੈਗੇ ਆ, ਕਿਉਂਕਿ ਇਹ ਕੰਮ ਮੁਸ਼ਕਿਲ ਹੈ, ਕੰਮ ਬਹੁਤ ਕੰਮ ਹੈ। ਆਪਾਂ ਜੇ ਉਸ ਬੰਦੇ ਲਈ ਇੱਕ ਵਾਰੀ ਪ੍ਰੇਅਰ ਕੀਤੀ ਤੇ ਛੱਡਤੀ, ਉਦਾਂ ਨਹੀਂ ਗੱਲ ਬਣਦੀ ਹੈ ਨਾ। ਆਪਾਂ ਰੋਜ਼ ਦੁਆ ਕਰਨੀ ਹੈ ਉਸ ਬੰਦੇ ਦੇ ਲਈ। ਆਪਾਂ ਵੱਡਾ ਕੰਮ ਦੇਖਣਾ ਹੈ, ਆਪਾਂ ਸਾਊਲ ਨੂੰ ਪੌਲ ਬਣਦੇ ਦੇਖਣਾ ਆ। ਇਹ ਕੋਈ ਆਏ ਨਹੀਂ ਵੀ ਬੰਦੇ ਨੇ ਇੱਥੋਂ ਸਟੂਲ ਚੱਕ ਕੇ ਉੱਥੇ ਰੱਖਤਾ। ਆਪਾਂ ਸਾਊਲ ਨੂੰ ਪੌਲ ਬਣਦੇ ਦੇਖਣਾ ਆ। ਜੋ ਸਾਊਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਜ਼ਰ ਆਉਂਦਾ ਆ, ਉਹਨੂੰ ਆਪਾਂ ਪੌਲੂਸ ਬਣਦੇ ਦੇਖਣਾ ਆ। ਇਸ ਦੇ ਲਈ ਜ਼ਰੂਰੀ ਆ ਕਿ ਆਪਾਂ ਦੁਆਵਾਂ ਦੇ ਵਿੱਚ ਲੱਗੇ ਰਹੀਏ, ਉਸ ਬੰਦੇ ਦੇ ਲਈ ਰੋਜ਼ ਕਮਿਟਡ ਹੋ ਕੇ ਆਪਾਂ ਦੁਆਵਾਂ ਕਰੀਏ। ਪਰਮੇਸ਼ਵਰ ਤੂੰ ਕਰ ਸਕਦਾ ਆ, ਪਰਮੇਸ਼ਵਰ ਤੂੰ ਕਰੇਗਾ, ਪਰਮੇਸ਼ਵਰ ਤੂੰ ਕਰ ਵੱਡੇ ਵੱਡੇ ਕੰਮ। ਉਹਦਾ ਦਿਲ ਨਰਮ ਕਰ ਪਰਮੇਸ਼ਵਰ, ਉਹਦਾ ਦਿਲ ਛੂ ਪਰਮੇਸ਼ਵਰ, ਉਹਦਾ ਦਿਲ ਤੋੜ ਪਰਮੇਸ਼ਵਰ, ਉਹਨੂੰ ਬੁਲਾ ਪਰਮੇਸ਼ਵਰ, ਉਹਦੇ ਕੰਨ ਖੋਲ, ਉਹਦੇ ਰੂਹਾਨੀ ਕੰਨ ਖੋਲ, ਉਹਦੀਆਂ ਰੂਹਾਨੀ ਅੱਖਾਂ ਖੋਲ, ਉਹਨੂੰ ਲੈ ਕੇ ਆ, ਉਹਨੂੰ ਲੈ ਕੇ ਜਾ, ਉਹਦੇ ਕੋਲੇ ਕੋਈ ਬੰਦਾ ਘੱਲ, ਕੁਛ ਨਾ ਕੁਛ ਤੂੰ ਕਰ ਪਰਮੇਸ਼ਵਰ, ਤੇ ਆਪਣਾ ਪਰਮੇਸ਼ਵਰ ਸਭ ਕੁਛ ਕਰਨ ਦੀ ਤਾਕਤ ਰੱਖਦਾ ਹੈ। ਆਮੇਨ, ਹਾਲੇਲੂਇਆ। ਆਪਣਾ ਪਰਮੇਸ਼ਵਰ ਜਿਉਂਦਾ ਜਾਗਦਾ ਪਰਮੇਸ਼ਵਰ ਆ, ਜਿਹਨੇ ਬੰਦਾ ਬਣਾਇਆ, ਜਿਹਨੇ ਜ਼ਮੀਨ ਆਸਮਾਨ ਬਣਾਇਆ, ਉਹ ਕੁਛ ਵੀ ਕਰ ਸਕਦਾ ਹੈ। ਆਮੇਨ, ਹਾਲੇਲੂਇਆ। ਪਰ ਆਪਾਂ ਨੂੰ ਜੋ ਕੰਮ ਮਿਲਿਆ ਆ ਕਿ ਆਪਾਂ ਉਸ ਬੰਦੇ ਦੇ ਲਈ ਦੁਆ ਕਰਦੇ ਰਹੀਏ। ਆਮੇਨ। ਸੋ ਆਪਾਂ ਆਪਣੀਆਂ ਅੱਖਾਂ ਦੇ ਨਾਲ ਨਹੀਂ ਚੱਲਣਾ, ਆਪਾਂ ਪਰਮੇਸ਼ਵਰ ਦੀਆਂ ਅੱਖਾਂ ਦੇ ਨਾਲ ਚੱਲਣਾ ਆ। ਪਰਮੇਸ਼ਵਰ ਦੀਆਂ ਅੱਖਾਂ ਕੀ ਨੇ? ਨੇਚਾ, ਆਪਣੀ ਨੇਚਾ। ਪਰਮੇਸ਼ਵਰ ਦੀਆਂ ਅੱਖਾਂ ਨਾਲ ਜਦੋਂ ਆਪਾਂ ਚੱਲਦੇ ਆ, ਉਹ ਆਪਾਂ ਨੇਚਾ ਦੇ ਨਾਲ ਚੱਲਦੇ ਆ, ਕਿਉਂਕਿ ਉਹ ਚੀਜ਼ ਆਪਾਂ ਨੂੰ ਨਜ਼ਰ ਨਹੀਂ ਆ ਰਹੀ ਪਰ ਪਰਮੇਸ਼ਵਰ ਨੂੰ ਨਜ਼ਰ ਆ ਰਹੀ। ਆਪਾਂ ਪਰਮੇਸ਼ਵਰ ਦੀਆਂ ਅੱਖਾਂ ਦੇ ਨਾਲ ਚੱਲਦੇ ਆ। ਪਰਮੇਸ਼ਵਰ ਦੀਆਂ ਅੱਖਾਂ ਕੀ ਦੇਖਦੀਆਂ ਨੇ? ਪਰਮੇਸ਼ਵਰ ਦੀਆਂ ਅੱਖਾਂ ਪੌਲੂਸ ਨੂੰ ਦੇਖਦੀਆਂ ਨੇ, ਆਪਣੀਆਂ ਅੱਖਾਂ ਸਾਊਲ ਨੂੰ ਦੇਖ ਰਹੀਆਂ ਨੇ, ਹੈ ਨਾ। ਤੇ ਆਪਾਂ ਹੁਣ ਸਾਊਲ ਨੂੰ ਨਹੀਂ ਦੇਖਣਾ, ਆਪਾਂ ਹੁਣ ਪੌਲੂਸ ਨੂੰ ਦੇਖਣਾ ਆ, ਕਿਉਂਕਿ ਆਪਾਂ ਪਰਮੇਸ਼ਵਰ ਦੀਆਂ ਅੱਖਾਂ ਦੇ ਨਾਲ ਦੇਖਣਾ ਆ। ਆਮੇਨ, ਹਾਲੇਲੂਇਆ। ਉਸ ਬੰਦੇ ਨੂੰ ਪਲੀਜ਼ ਦੁਆ ਦੇ ਵਿੱਚ ਯਾਦ ਰੱਖੀਏ, ਰੋਜ਼ ਦੀ ਰੋਜ਼ ਪਰਮੇਸ਼ਵਰ ਕੋਈ ਵੱਡਾ ਕੰਮ ਕਰੂਗਾ। ਆਮੇਨ, ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਧੰਨਵਾਦ ਕਰਦੇ ਆ ਪਰਮੇਸ਼ਵਰ ਦਾ। ਜਿਹੜਾ ਸਾਊਲ ਸੀਗਾ, ਜਿੱਦਾਂ ਆਪਾਂ ਨੂੰ ਪਤਾ ਹੈਗਾ ਆ ਕਿ ਉਹਦੀ ਕਨਵਰਜਨ ਆਪਾਂ ਸਾਰੀ ਦੇਖੀ ਪਿਛਲੀ ਵਾਰੀ, ਪਾਵਰਫੁਲ ਕਨਵਰਜਨ। ਜਦੋਂ ਉਹਦਾ ਦਿਲ ਬਦਲਿਆ, ਇੰਨਾ ਪਾਵਰਫੁਲ ਕਿ ਉਹ ਬੰਦਾ ਮੁੜ ਕੇ ਨਹੀਂ ਦੇਖਿਆ ਉਹਨੇ ਪਿੱਛੇ। ਜਦੋਂ ਉਹਨੇ ਕਦੇ ਮੁੜ ਕੇ ਦੇਖਿਆ ਵੀ, ਜੇ ਉਹਨੇ ਕਦੇ ਆਪਦੀ ਕੋਈ ਗਲਤੀ ਦੁਬਾਰਾ ਯਾਦ ਵੀ ਕੀਤੀ, ਉਹਨੇ ਤਾਂ ਯਾਦ ਕੀਤੀ ਦੂਜਿਆਂ ਨੂੰ ਦੱਸਣ ਨੂੰ ਵੀ ਮੈਂ ਆਏ ਕਰਦਾ ਸੀਗਾ, ਹੁਣ ਉਵੇਂ ਨਹੀਂ ਕਰਨਾ, ਹੈ ਨਾ। ਉਹ ਦੂਜਿਆਂ ਨੂੰ ਆਹ ਦੱਸਣ ਨੂੰ ਕਹਿੰਦਾ ਸੀਗਾ ਵੀ ਉਵੇਂ ਨਹੀਂ ਹੁਣ ਕਰਨਾ,
जमेमे करदा सी, ओह पुराणियां चीज़ां ओह गईयां, ओह आए सी, मतलब भी ਉਹ ਵੀ ਉਹਨੇ ਐਗਜ਼ਾਮਪਲਾਂ ਬਣਾ ਕੇ, ਪਰ ਉਸ ਬੰਦੇ ਨੇ ਦੁਬਾਰਾ ਕਦੇ ਮੁੜ ਕੇ ਨਹੀਂ ਦੇਖਿਆ। ਪਾਵਰਫੁਲ ਕਨਵਰਜਨ ਉਹਦੀ ਸੀਗੀ ਉਸ ਵੇਲੇ ਜਦੋਂ ਉਹ ਪਰਮੇਸ਼ਵਰ ਦੇ ਵਿੱਚ ਆਇਆ। ਤੇ ਅੱਜ ਵੀ ਆਪਾਂ ਕਿਸੇ ਹੋਰ ਬੰਦੇ ਦੀ ਜ਼ਿੰਦਗੀ ਨੂੰ ਦੇਖਾਂਗੇ ਜਿਹੜੀ ਇੱਕ ਹੋਰ ਪਾਵਰਫੁਲ ਕਨਵਰਜਨ ਆ ਕਿ ਕਿੱਦਾਂ ਇਹ ਮਤਲਬ ਵੀ ਆਪਾਂ ਦੇਖ ਰਹੇ ਹੈਗੇ ਆ। ਕਿਉਂਕਿ ਜਿੱਦਾਂ ਪੌਲੁਸ ਆਇਆ ਤੇ ਆਹ ਦੂਸਰਾ ਕੋਈ ਬੰਦਾ ਆਇਆ, ਉੱਦਾਂ ਹੀ ਜਿਹੜੇ ਬੰਦੇ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ, ਜੋ ਤੁਹਾਡੇ ਦਿਲ ਦੇ ਵਿੱਚ ਆ ਜਿਹੜਾ ਬੰਦਾ, ਉਹਦੇ ਲਈ ਵੀ ਆਪਾਂ ਉਮੀਦ ਨਾ ਛੱਡੀਏ। ਉਹ ਬੰਦਾ ਵੀ ਪਰਮੇਸ਼ਰ ਦੇ ਵਿੱਚ ਆਊਗਾ, ਆਪਾਂ ਦੁਆਵਾਂ ਕਰਦੇ ਰਹੀਏ। ਮੈਨ ਹਾਲੇਲੂਇਆ। ਤੇ ਆਪਾਂ ਪਰਮੇਸ਼ਰ ਦਾ ਵਚਨ ਖੋਲਾਂਗੇ ਤੇ ਆਪਾਂ ਲੂਕ ਦੀ 19ਵਾਂ ਲੂਕਸ 19ਵਾਂ ਦਾ ਪਹਿਲੇ 10 ਵਰਸਿਸ ਪਹਿਲਾਂ ਇੱਕ ਵਾਰੀ ਆਪਾਂ ਪੜ੍ਹ ਲਾਂਗੇ, ਉਸ ਤੋਂ ਬਾਅਦ ਫਿਰ ਉਹਨੂੰ ਹੌਲੀ ਹੌਲੀ ਕਰਕੇ ਦੇਖਾਂਗੇ। ਮੈਂ ਇਹ ਬਹੁਤ ਹੀ ਜਾਣਿਆ ਪਛਾਣਿਆ ਵਚਨ ਆ, ਤੁਸੀਂ ਸਾਰਿਆਂ ਨੇ ਪੜ੍ਹਿਆ ਹੋਇਆ ਆ। ਇਹ ਕਹਾਣੀ ਸਭ ਨੂੰ ਆਉਂਦੀ ਆ, ਸ਼ਾਇਦ ਮੂੰਹ ਜ਼ਬਾਨੀ ਆਉਂਦੀ ਆ, ਪਰ ਫਿਰ ਵੀ ਕਈ ਵਾਰੀ ਜ਼ਰੂਰੀ ਹੁੰਦਾ ਆ ਕਿ ਫਿਰ ਜਿੰਨੀਆਂ ਸੌਖੀਆਂ ਸਟੋਰੀਜ਼, ਸੌਖੀਆਂ ਕਹਾਣੀਆਂ ਨੇ, ਉਹਦੇ 'ਚੋਂ ਜ਼ਿਆਦਾ ਸਮਝ ਆਉਂਦੀ ਆ, ਕਿਉਂਕਿ ਉਹ ਚੀਜ਼ਾਂ ਬਿਲਕੁਲ ਦਿਲ ਨੂੰ, ਦਿਮਾਗ 'ਚ ਰਹਿ ਜਾਂਦੀਆਂ ਨੇ, ਹੈ ਨਾ। ਸੋ ਆਪਾਂ ਪੜ੍ਹਦੇ ਹੈਗੇ ਲੂਕ ਦੀ 19 ਦਾ 1 ਤੋਂ ਲੈ ਕੇ 10 ਤੱਕ ਪੜ੍ਹਦੇ ਹਾਂ। ਹਾਂਜੀ। ਪ੍ਰਭੂ ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਜਾ ਰਹੇ ਸਨ। ਯਰੀਹੋ ਸ਼ਹਿਰ ਵਿੱਚ ਜ਼ਕਈ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਉਹ ਟੈਕਸ ਲੈਣ ਵਾਲਿਆਂ ਦਾ ਨੇਤਾ ਸੀ। ਉਹ ਧਨਵਾਨ ਸੀ। ਉਹ ਯਿਸੂ ਨੂੰ ਦੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹਨ, ਪਰ ਉਹ ਯਿਸੂ ਨੂੰ ਦੇਖ ਨਾ ਸਕਿਆ, ਕਿਉਂਕਿ ਇੱਕ ਤਾਂ ਯਿਸੂ ਦੇ ਆਲੇ ਦੁਆਲੇ ਭੀੜ ਬਹੁਤ ਸੀ, ਦੂਜਾ ਜ਼ਕਈ ਕੱਦ ਬਹੁਤ ਛੋਟਾ ਸੀ। ਇਸ ਲਈ ਉਹ ਯਿਸੂ ਨੂੰ ਦੇਖਣ ਦੇ ਲਈ ਦੌੜ ਕੇ ਇੱਕ ਰੁੱਖ ਤੇ ਚੜ੍ਹ ਗਿਆ, ਕਿਉਂਕਿ ਯਿਸੂ ਉਸੇ ਰਾਹ ਥਾਣੀ ਜਾਣ ਵਾਲੇ ਸਨ। ਜਦੋਂ ਯਿਸੂ ਉਸ ਰੁੱਖ ਦੇ ਲਾਗੇ ਪਹੁੰਚੇ ਤਾਂ ਉਹਨਾਂ ਨੇ ਉੱਪਰ ਦੇਖਿਆ ਤੇ ਜ਼ਕਈ ਨੂੰ ਕਿਹਾ, ਜ਼ਕਈ ਛੇਤੀ ਨਾਲ ਥੱਲੇ ਉਤਰਿਆ, ਅੱਜ ਮੈਂ ਤੇਰੇ ਘਰ ਹੀ ਰਹਾਂਗਾ। ਇਹ ਸੁਣਦੇ ਸਾਰ ਹੀ ਜ਼ਕਈ ਰੁੱਖ ਤੋਂ ਥੱਲੇ ਉਤਰਿਆ ਅਤੇ ਉਸਨੇ ਬੜੀ ਖੁਸ਼ੀ ਦੇ ਨਾਲ ਯਿਸੂ ਦਾ ਸਵਾਗਤ ਆਪਣੇ ਘਰ ਵਿੱਚ ਕੀਤਾ। ਇਹ ਦੇਖ ਕੇ ਸਾਰੇ ਲੋਕੀ ਬੜਬੜਾਉਣ ਲੱਗੇ, ਇਹ ਆਦਮੀ ਇੱਕ ਪਾਪੀ ਆਦਮੀ ਦੇ ਘਰ ਰਹਿਣ ਲਈ ਗਿਆ ਹੈ। ਪਰ ਜ਼ਕਈ ਖੜਾ ਹੋਇਆ ਅਤੇ ਉਸਨੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦਿੰਦਾ ਹਾਂ। ਜੇਕਰ ਮੈਂ ਬੇਇਨਸਾਫੀ ਕਰਕੇ ਕਿਸੇ ਕੋਲੋਂ ਕੁਝ ਲਿਆ ਹੈ ਤਾਂ ਮੈਂ ਉਸ ਨੂੰ 4 ਗੁਣਾ ਮੋੜ ਦਿੰਦਾ ਹਾਂ। ਯਿਸੂ ਨੇ ਕਿਹਾ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਆਦਮੀ ਵੀ ਅਬਰਾਹਮ ਦਾ ਪੁੱਤਰ ਹੈ। ਮਨੁੱਖ ਦਾ ਪੁੱਤਰ ਗੁਆਚਿਆਂ ਹੋਇਆਂ ਨੂੰ ਲੱਭਣ ਅਤੇ ਉਹਨਾਂ ਨੂੰ ਬਚਾਉਣ ਲਈ ਆਇਆ ਹੈ। ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਪਰਮੇਸ਼ਰ ਦਾ ਵਚਨ ਮਹਾਨ ਹੈ। ਮੈਨ ਹਾਲੇਲੂਇਆ। ਅੱਗੇ ਪ੍ਰੀਚ ਕਰਨ ਦੀ ਜ਼ਰੂਰਤ ਵੀ ਨਹੀਂਗੀ, ਵਚਨ ਨੇ ਸਭ ਕੁਝ ਕਹਿ ਦਿੱਤਾ। ਵਚਨ ਨੇ ਸਾਰਿਆਂ ਦੇ ਦਿਲਾਂ ਨੂੰ ਛੂ ਲਿਆ, ਕਿਉਂਕਿ ਇਹ ਜਿਉਂਦਾ ਜਾਗਦਾ ਵਚਨ ਆ। ਮੈਨ ਹਾਲੇਲੂਇਆ। ਧੰਨਵਾਦ ਕਰਦੇ ਆ ਪਰਮੇਸ਼ਰ 'ਚ। ਇਹੀ ਚੀਜ਼ ਆ ਜਿਹੜੀ ਇਹ ਆਪਾਂ ਆਪਣੇ ਘਰਾਂ ਤੇ ਬੋਲਦੇ ਆ, ਆਪਣੇ ਫੈਮਿਲੀ ਤੇ ਬੋਲਦੇ ਆ ਕਿ ਅੱਜ ਸਾਡੇ ਘਰ ਵਿੱਚ ਮੁਕਤੀ ਆਈ ਹੈ। ਮੈਨ ਹਾਲੇਲੂਇਆ। ਅੱਜ ਸਾਡੇ ਘਰ ਵਿੱਚ, ਸਾਡੇ ਪਰਿਵਾਰ ਵਿੱਚ, ਸਾਡੇ ਰਿਸ਼ਤੇਦਾਰਾਂ ਦੇ ਵਿੱਚ ਅੱਜ ਮੁਕਤੀ ਆਈ ਹੈ। ਇਹ ਆਪਾਂ ਕਲੇਮ ਕਰ ਦਿੰਦੇ ਆ, ਆਪਾਂ ਮੰਨ ਲੈਂਦੇ ਆ, ਆਪਾਂ ਕਹਿ ਦਿੰਦੇ ਆ ਅੱਜ ਪਰਮੇਸ਼ਵਰ ਦੇ ਅੱਗੇ। ਹਾਲੇਲੂਇਆ। ਧੰਨਵਾਦ ਪਿਤਾ ਪਰਮੇਸ਼ਵਰ। ਹਾਲੇਲੂਇਆ। ਤੇ ਜਿੱਦਾਂ ਆਪਾਂ ਇਸ ਵਚਨ 'ਚ ਦੇਖਿਆ, ਉਸ ਨੂੰ ਆਪਾਂ ਥੋੜਾ ਜਿਹਾ ਬਸ ਐਕਸਪਲੇਨ ਕਰਾਂਗੇ ਅੱਜ। ਜਿੱਦਾਂ ਆਪਾਂ ਦੇਖਿਆ ਹੈਗਾ ਆ ਪਹਿਲੀ ਵਰਸ ਦੇ ਵਿੱਚ ਕਿ ਪਰਮੇਸ਼ਰ ਯਿਸੂ ਮਸੀਹ ਜੀ ਜਿਹੜੇ ਹੈਗੇ ਨੇ ਉਹ ਜਰੀਹੋ ਵੱਲ ਨੂੰ ਪ੍ਰਵੇਸ਼ ਕਰ ਰਹੇ ਸੀਗੇ, ਜਰੀਹੋ ਵੱਲ ਨੂੰ ਜਾ ਰਹੇ ਸੀਗੇ ਉਧਰ ਨੂੰ। ਉਹ ਹੁਣ ਕੀ ਹੋ ਰਿਹਾ ਹੈ ਕਿ ਜਦੋਂ ਆਹ ਅਖੀਰਲੇ ਦਿਨ ਸੀਗੇ, ਉਹ ਜਰੂਸਲਮ ਵੱਲ ਨੂੰ ਜਾ ਰਹੇ ਹੈਗੇ ਨੇ। ਜਰੂਸਲਮ ਵੱਲ ਨੂੰ ਜਾਂਦੇ ਰਾਹ ਦੇ ਵਿੱਚ ਪਰਮੇਸ਼ਰ ਯਿਸੂ ਮਸੀਹ ਜੀ ਨੇ ਬਹੁਤ ਚਮਤਕਾਰ ਕੀਤੇ। ਰਾਹ 'ਚ ਜਾਂਦੇ ਜੋ ਵੀ ਲੋਕ ਇਹਨਾਂ ਨੂੰ ਰਾਹ ਦੇ ਵਿੱਚ ਮਿਲਦੇ ਗਏ, ਜੋ ਬਿਮਾਰ ਸੀਗੇ, ਪਰਮੇਸ਼ਰ ਯਿਸੂ ਮਸੀਹ ਜੀ ਨੇ ਬਹੁਤ ਚਮਤਕਾਰ ਕੀਤੇ ਰਾਹ ਦੇ ਵਿੱਚ ਜਾਂਦੇ। ਤੇ ਇਹ ਜਿਹੜੀ ਘਟਨਾ ਹੈਗੀ, ਇਹ ਵੀ ਉਹਨਾਂ ਦੇ ਜਰੂਸਲਮ ਵੱਲ ਨੂੰ ਜਾਂਦੇ ਰਾਹ ਦੇ ਵਿੱਚ ਹੀ ਇਹ ਚੀਜ਼ ਵੀ ਜਿਹੜੀ ਹੈਗੀ ਆ, ਇਹ ਘਟਨਾ ਜਿਹੜੀ ਹੈਗੀ ਆ ਉਹ ਹੋਈ ਹੈਗੀ ਆ। ਤੇ ਜਿਹੜਾ ਜ਼ਕਈ ਸੀਗਾ, ਇਹ ਜਿਹੜਾ ਜ਼ਕਈ ਜਿਹੜਾ ਬੰਦਾ ਸੀਗਾ, ਇਹ ਜਿੱਦਾਂ ਦੱਸਿਆ ਹੋਇਆ ਆ ਕਿ ਇਹ ਇੱਕ ਟੈਕਸ ਕਲੈਕਟਰ ਸੀਗਾ। ਇਹ ਲਗਾਨ ਵਸੂਲ ਕਰਦਾ ਹੁੰਦਾ ਸੀਗਾ। ਇਹ ਇੱਕ ਟੈਕਸ ਕਲੈਕਟਰ ਸੀਗਾ ਤੇ ਇਹ ਕੋਈ ਆਮ ਟੈਕਸ ਕਲੈਕਟਰ ਨਹੀਂ ਸੀਗਾ। ਇੱਥੇ ਦੱਸਿਆ ਹੋਇਆ ਕਿ ਇਹ ਟੈਕਸ ਕਲੈਕਟਰਾਂ ਦਾ ਮੁਖੀਆ ਸੀਗਾ, ਹੈ ਨਾ। ਸੋ ਵੈਸੇ ਜੇ ਦੇਖਿਆ ਜਾਵੇ ਤੇ ਉਹਨਾਂ ਦਿਨਾਂ ਦੇ ਵਿੱਚ ਕਈ ਵਾਰੀ ਆਪਾਂ ਸੁਣਦੇ ਹੈਗੇ ਆ ਕਿ ਟੈਕਸ ਕਲੈਕਟਰ ਜਿਹੜੇ ਲੋਕ ਸੀਗੇ, ਇਹ ਬੜੇ ਪਾਪੀ ਲੋਕ ਸੀਗੇ। ਉਹਨਾਂ ਦਿਨਾਂ ਦੀ ਆਪਾਂ ਇਹ ਗੱਲ ਸੁਣਦੇ ਆ, ਬੜੇ ਦੁਸ਼ਟ ਲੋਕ ਸੀਗੇ, ਬੜੇ ਪਾਪੀ ਲੋਕ ਸੀਗੇ। ਐਕਚੁਅਲੀ ਜਿਹੜੇ ਟੈਕਸ ਕਲੈਕਟਰ ਸੀਗੇ ਉਹ ਦੁਸ਼ਟ ਤੇ ਪਾਪੀ ਨਹੀਂ ਸੀਗੇ, ਉਹ ਨਾਰਮਲ ਲੋਕ ਹੀ ਸੀਗੇ।
ਪਰ ਜਿਹੜਾ ਉਹਨਾਂ ਦਾ ਕੰਮ ਸੀਗਾ, ਜਿਹੜੇ ਲੋਕ ਠੀਕ ਤਰ੍ਹਾਂ ਕੰਮ ਨਹੀਂ ਸੀ ਕਰਦੇ, ਜਿਹੜੇ ਹੁਣ ਆਪਾਂ ਇੱਧਰਲੀ ਉਧਰਲੀਆਂ ਭਾਰਤ ਦੀ ਗਵਰਨਮੈਂਟ ਨੂੰ ਦੇਖ ਲਓ, ਹੈ ਨਾ, ਜਿਹੜੇ ਜੇਬ 'ਚ ਪਾਉਂਦੇ ਨੇ ਪੈਸੇ, ਉਹ ਤਾਂ ਫਿਰ ਗੜਬੜ ਆ ਨਾ, ਉਹ ਤਾਂ ਗਲਤ ਗੱਲ ਆ ਨਾ। ਜਿਹੜੇ ਇਹ ਟੈਕਸ ਕਲੈਕਟਰ ਜਿਹੜੇ ਸ਼ਾਇਦ ਚੰਗੇ ਵੀ ਹੋਣ ਟੈਕਸ ਕਲੈਕਟਰ, ਪਰ ਜ਼ਿਆਦਾ ਕਰਕੇ ਜਿਹੜੇ ਟੈਕਸ ਕਲੈਕਟਰ ਸੀਗੇ ਉਹ ਇਹੋ ਜਿਹੇ ਸੀਗੇ ਜਿਹੜੇ ਲੋਕਾਂ ਦਾ ਬਸ ਕਹਿ ਲਓ ਵੀ ਖੂਨ ਹੀ ਚੂਸਦੇ ਸੀਗੇ। ਉਹ ਜਿੰਨਾ ਪੈਸਾ ਲੈਣਾ ਸੀਗਾ ਉਹ ਤੋਂ ਦੁੱਗਣਾ ਤਿੱਗਣਾ ਕਰਕੇ, ਦੁੱਗਣਾ ਲਗਾਨ ਤੇ ਤਿੱਗਣਾ ਚੌਗਣਾ ਲਗਾਨ ਉਹ ਲੈਂਦੇ ਸੀਗੇ ਦੂਸਰਿਆਂ ਤੋਂ, ਹੈ ਨਾ। ਤੇ ਉਹਨਾਂ ਦੇ ਆਪ ਦੇ ਘਰ ਵੀ ਬਣਦੇ ਸੀਗੇ। ਤੇ ਉਹ ਜਿਹੜੀ ਰੋਮਨ ਦੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਦੇ ਅੰਡਰ ਕੰਮ ਕਰਦੇ ਸੀਗੇ। ਤੇ ਗਵਰਨਮੈਂਟ ਰੋਮਨ ਦੀ ਪਰਮੇਸ਼ਰ ਯਿਸੂ ਮਸੀਹ ਜੀ ਆਪ ਟੈਕਸ ਦਿੰਦੇ ਸੀਗੇ। ਸੋ ਉਹ ਟੈਕਸ ਦੇ ਖਿਲਾਫ ਨਹੀਂ ਸੀਗੇ, ਟੈਕਸ ਦੇਣਾ ਠੀਕ ਸੀਗਾ, ਅੱਜ ਵੀ ਠੀਕ ਆ, ਹੈ ਨਾ। ਤੇ ਜਿਹੜੀ ਰੋਮਨ ਗਵਰਨਮੈਂਟ ਸੀਗੀ ਉਹਨਾਂ ਦਾ ਕੋਈ ਪਰਸੈਂਟੇਜ ਸੀਗਾ ਵੀ ਇੰਨਾ ਟੈਕਸ ਹਰ ਬੰਦੇ ਦਾ ਹੋਣਾ ਚਾਹੀਦਾ ਆ, ਹੈ ਨਾ। ਸੋ ਆਹ ਲੋਕ ਹਾਇਰ ਕੀਤੇ ਗਏ ਹੋਏ ਸੀਗੇ ਟੈਕਸ ਕਲੈਕਟ ਕਰਨ ਨੂੰ। ਤੇ ਇਹਨਾਂ ਦਾ ਇਦਾਂ ਸੀਗਾ ਕਿ ਤੁਸੀਂ ਜਿੰਨਾ ਟੈਕਸ ਲੈ ਲਿਆ, ਜਿਹੜਾ ਗਵਰਨਮੈਂਟ ਨੂੰ ਦੇਣਾ ਆ, ਅਗਲਿਆਂ ਤੋਂ ਲੈ ਕੇ ਉਹਨਾਂ ਤੁਸੀਂ ਗਵਰਨਮੈਂਟ ਨੂੰ ਦੇ ਦੇਣਾ ਆ। ਪਰ ਜੇ ਤੁਸੀਂ ਕਿਸੇ ਤੋਂ ਵੱਧ ਲਿੱਤਾ, ਇਹਨਾਂ ਨੂੰ ਪੇ ਨਹੀਂ ਸੀ ਜਿੱਦਾਂ ਕਹਿ ਲਓ ਮਿਲਦੀ, ਪਰ ਜਿਹੜਾ ਤੁਸੀਂ ਵੱਧ ਲਿੱਤਾ ਆ ਉਹ ਤੁਸੀਂ ਰੱਖ ਲੈਣਾ ਆ, ਉਹ ਤੁਹਾਡੀ ਪੇ। ਇਹਨਾਂ ਨੇ 1% 2% ਗਵਰਨਮੈਂਟ ਨੂੰ ਦੇ ਕੇ ਬਾਕੀ 80% ਇਹਨਾਂ ਦਾ ਸਾਰਾ ਹੀ ਹੈ। ਫਿਰ ਉਹਦੇ ਕਰਕੇ ਲੋਕ ਉਹਨਾਂ ਨੂੰ, ਜਿਹੜੇ ਟੈਕਸ ਕਲੈਕਟਰ ਸੀਗੇ, ਉਹਨਾਂ ਨੂੰ ਨਫ਼ਰਤ ਕਰਦੇ ਸੀਗੇ, ਕਿਉਂਕਿ ਇਹ ਬਹੁਤ ਜ਼ਿਆਦਾ ਲੈ, ਕਿਉਂਕਿ ਇਹਨਾਂ ਨੂੰ ਪਤਾ ਸੀ ਜਿੰਨਾ ਜ਼ਿਆਦਾ ਲਵਾਂਗੇ ਉਹਨਾਂ ਸਾਰਾ ਸਾਡੀ ਜੇਬ 'ਚ ਜਾਣਾ ਆ। ਸੋ ਇਹਨਾਂ ਦੇ ਘਰ-ਬਾਰ ਸੀਗੇ, ਇਹ ਬੜੇ ਅਮੀਰ ਲੋਕ ਸੀਗੇ। ਜਿੱਦਾਂ ਇੱਥੇ ਵੀ ਦੱਸਿਆ ਹੋਇਆ ਕਿ ਜਿਹੜੇ ਜਕਈ ਸੀਗਾ ਇਹ ਬਹੁਤ ਧਨੀ ਆਦਮੀ ਸੀਗਾ, ਬਹੁਤ ਪੈਸੇ ਵਾਲਾ ਸੀਗਾ, ਤੇ ਉੱਤੋਂ ਮੁਖੀਆ ਸੀਗਾ। ਤੇ ਸ਼ਾਇਦ ਜਿੱਦਾਂ ਪਿਰਾਮਿਡ ਨਹੀਂ ਹੁੰਦਾ ਇਦਾਂ, ਤੇ ਜਿਹੜੇ ਥੱਲੜੇ ਟੈਕਸ ਕਲੈਕਟਰ ਸੀਗੇ ਉਹਨਾਂ ਦਾ ਪਰਸੈਂਟੇਜ ਉੱਪਰਲੇ ਨੂੰ ਮਿਲਦਾ ਸੀ ਥੋੜਾ ਜਿਹਾ, ਇਹਨਾਂ ਦਾ ਵੀ ਜਿਹੜੇ ਸਾਰੇ ਇਕੱਠੇ ਹੁੰਦੇ ਸੀ ਉਹਨਾਂ ਦਾ ਉੱਪਰਲਿਆਂ ਨੂੰ ਮਿਲਦਾ ਸੀ। ਜਿਹੜਾ ਸਭ ਤੋਂ ਮੁਖੀਆ ਸੀ ਸਾਰਿਆਂ ਦਾ ਪਿਰਾਮਿਡ ਵਾਂਗੂ ਜਿਹੜੀਆਂ ਸਕੀਮਾਂ ਹੁੰਦੀਆਂ ਨੇ, ਹਨਾ, ਉਦਾਂ ਸੀ। ਤੇ ਇਹਨੂੰ ਬਹੁਤ ਜ਼ਿਆਦਾ ਟੈਕਸ ਜਿੱਦਾਂ ਕਹਿੰਦਾ ਸਾਰਿਆਂ ਦਾ ਮਿਲਾ ਜਲਾ ਕੇ ਮਿਲਦਾ ਸੀ। ਸੋ ਇਹਦੀ ਕਹਾਣੀ ਆ, ਜਿੱਦਾਂ ਕਹਿ ਲਓ ਵੀ ਸਮਝਣ ਦੇ ਵਾਸਤੇ ਵੀ ਇਹ ਚੀਜ਼ ਆ ਜਿਹੜੀ, ਤਾਂ ਕਰਕੇ ਇਹਦੇ ਕੋਲੇ ਬਹੁਤ ਪੈਸਾ ਸੀ, ਘਰ ਦੌਲਤ ਸਾਰਾ ਕੁਝ ਇਹਦੇ ਕੋਲੇ ਸੀਗਾ। ਤੇ ਅੱਗੇ ਆਪਾਂ ਦੇਖਦੇ ਹੈਗੇ ਆ ਕਿ ਜਿਹੜੀ ਤੇ ਦੂਸਰੀ ਗੱਲ, ਜਿਹੜਾ ਇਹਦੇ ਕੋਲੇ ਇੰਨਾ ਪੈਸਾ ਪੂਸਾ ਸੀਗਾ, ਤੇ ਆ ਵੀ ਆਪਾਂ ਸੋਚ ਸਕਦੇ ਹਾਂ ਕਿ ਇਹ ਬੰਦਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਰਹਿੰਦਾ ਹੋਣਾ। ਏਦਾਂ ਕੁੜਤੇ ਪਜਾਮੇ ਤਾਂ ਪਾ ਕੇ ਤੁਰਿਆ ਨਹੀਂ ਫਿਰਦਾ ਹੋਣਾ, ਹੈ ਨਾ। ਗਾਊਨ ਗੂਨ ਆਪਣੇ ਸਿਲਕ ਦੇ, ਉਹਨਾਂ ਦਿਨਾਂ 'ਚ ਪੱਗਾਂ ਜਿਹੀਆਂ ਵੀ ਪਾਉਂਦੇ ਹੁੰਦੇ ਸੀਗੇ ਸਿਲਕ ਦੀਆਂ, ਏਦਾਂ ਬੜੇ ਸੋਹਣੀ ਜੁੱਤੀ, ਏਦਾਂ ਦੇ ਕੱਪੜੇ ਪਾ ਕੇ ਫਿਰਦਾ ਹੋਣਾ ਬੰਦਾ। ਮਤਲਬ ਵੀ ਨੋਰਮਲ ਬੰਦਾ ਨਹੀਂ ਹੋਣਾ, ਜਿੱਦਾਂ ਉਹੀ ਜਿੱਦਾਂ ਕਹਿ ਲਓ ਵੀ ਬਸ ਉਹੀ ਕੁੜਤੇ ਪਜਾਮੇ ਚੈਕਰਸ ਵਾਲੇ ਸ਼ਰਟ ਪਾ ਕੇ ਬੰਦਾ ਤੁਰਿਆ ਫਿਰ, ਏਦਾਂ ਥੋੜੀ, ਹੈ ਨਾ। ਸੋ ਉਸ ਤੋਂ ਬਾਅਦ ਜਿਹੜੀ ਆਪਣੀ ਤੀਸਰੀ ਤੇ ਚੌਥੀ ਵਰਸ ਹੈਗੀ ਆ, ਉਹਦੇ 'ਚ ਦੱਸਦਾ ਹੈਗਾ ਹੈ ਕਿ ਇਹ ਬੰਦਾ ਕੱਦ ਦਾ ਛੋਟਾ ਸੀਗਾ, ਹੈ ਨਾ। ਤੇ ਇਹ ਬਹੁਤ ਉੱਚਾ, ਬਹੁਤਾ ਲੰਬਾ ਨਹੀਂ ਸੀਗਾ। ਸੋ he was a short man, he was not very very tall। ਤੇ पर भीड़ के कारण वह देख नहीं पा रहा था क्योंकि उसका कद छोटा था। ਤੇ ਉਹ ਪ੍ਰਭੂ ਯਿਸੂ ਮਸੀਹ ਜੀ ਨੂੰ ਦੇਖਣ ਆਇਆ ਜਦੋਂ ਭੀੜ ਦੇ ਨਾਲ, ਜਦੋਂ ਇੰਨੀ ਸਾਰੀ ਭੀੜ ਸੀਗੀ ਉਹਦੇ ਵਿੱਚ ਦੀ ਸਾਰੇ ਲੋਕ ਉਹਦੇ ਨਾਲ ਪਰਮੇਸ਼ਰ ਯਿਸੂ ਮਸੀਹ ਵਿੱਚ ਹੀ ਸੀਗੇ, ਸਾਰੀ ਭੀੜ ਦੇ ਆ ਰਹੇ ਸੀਗੇ। ਪਰ ਇਹ ਇੰਨਾ ਛੋਟਾ ਬੰਦਾ ਸੀਗਾ ਕਿ ਇਹਨੂੰ ਨਜ਼ਰ ਨਹੀਂ ਸੀ ਆ ਰਿਹਾ ਵੀ ਮੈਂ ਪਰਮੇਸ਼ਰ ਯਿਸੂ ਮਸੀਹ ਜੀ ਨੂੰ ਦੇਖਣਾ ਆ, ਤੇ ਇਹ ਨਹੀਂ ਸੀ ਦੇਖ ਸਕ ਰਿਹਾ ਉਹਨਾਂ ਨੂੰ, ਹੈ ਨਾ। ਤੇ ਇਹ ਆਪਾਂ ਦੇਖਦੇ ਹੈਗੇ ਆ ਵਰਸ 3 ਦੇ ਵਿੱਚ। ਤੇ 4 ਦੇ ਵਿੱਚ ਉਹ ਕਹਿੰਦਾ ਆ ਕਿ ਉਹਨੇ ਕੀ ਕੀਤਾ, ਕਿਉਂਕਿ ਉਹਨੂੰ ਪਤਾ ਸੀਗਾ ਕਿ ਪਰਮੇਸ਼ਰ ਯਿਸੂ ਮਸੀਹ ਜੀ ਜਰੂਸਲਮ ਵੱਲ ਨੂੰ ਜਾ ਰਹੇ ਨੇ। ਸੋ ਉਹਨੂੰ ਪਤਾ ਸੀਗਾ ਵੀ ਕਿਹੜਾ ਰਾਹ ਲੈਣਾ ਆ, ਤੇ ਉਹਨੇ ਫਟਾਫਟ ਭੱਜ ਕੇ ਜਾ ਕੇ ਅੱਗੇ ਜਾ ਕੇ ਜਿਹੜਾ ਇੱਕ ਪੇੜ ਸੀਗਾ, ਹੈ ਨਾ, ਕਾਹਦਾ ਪੇੜ ਸੀਗਾ, ਗੁਲਰ ਦਾ ਪੇੜ, ਜਿਹੜਾ ਗੁਲਰ ਦਾ ਇੱਕ ਪੇੜ ਸੀਗਾ ਉਹ ਪੇੜ ਦੇ ਉੱਤੇ ਜਾ ਕੇ ਚੜ ਗਿਆ। ਉਹ ਪੇੜ ਦੇ ਉੱਤੇ ਜਾ ਕੇ ਚੜ ਗਿਆ ਕਿ ਭੀੜ ਇੱਧਰ ਨੂੰ ਆਊਗੀ, ਪਰਮੇਸ਼ਰ ਯਿਸੂ ਮਸੀਹ ਜੀ ਵੀ ਇੱਧਰ ਦੀ ਲੰਘਣਗੇ, ਤੇ ਇਹ ਮੈਂ ਉਹਨਾਂ ਨੂੰ ਉਸ ਵੇਲੇ ਦੇਖ ਲੂੰਗਾ, ਹੈ ਨਾ। ਸੋ ਇਹ ਆਪਣੀਆਂ ਹੋ ਗਈਆਂ 4th। ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਉਹ ਬੰਦਾ ਜਦੋਂ ਇੱਕਦਮ ਜਾ ਕੇ ਪੇੜ ਦੇ ਉੱਤੇ ਚੜ ਗਿਆ, ਤੇ ਉਸ ਤੋਂ ਬਾਅਦ ਜਿਹੜੀ ਭੀੜ ਆ ਉਹ ਹੁਣ ਉਧਰ ਨੂੰ ਆਉਂਦੀ ਆ। ਤੇ 5ਵੀਂ ਵਰਸ ਜਿਹੜੀ ਹੈਗੀ ਆ ਉਹ ਇੱਕ ਵਾਰੀ ਆਪਾਂ ਫੇਰ ਪੜ੍ਹਦੇ ਹਾਂ। ਹਾਂਜੀ, 5ਵੀਂ ਵਰਸ 'ਚ ਕੀ ਲਿਖਿਆ? ਜਦੋਂ ਯਿਸੂ ਉਸ ਰੁੱਖ ਦੇ ਲਾਗੇ ਪਹੁੰਚੇ ਤਾਂ ਉਹਨਾਂ ਨੇ ਉੱਪਰ ਦੇਖਿਆ ਅਤੇ ਜ਼ਕਈ ਨੂੰ ਕਿਹਾ, ਜ਼ਕਈ ਛੇਤੀ ਨਾਲ ਥੱਲੇ ਉਤਰਿਆ, ਅੱਜ ਮੈਂ ਤੇਰੇ ਘਰ ਹੀ ਰਹਾਂਗਾ। ਹਾਲੇਲੂਇਆ, ਹਾਲੇਲੂਇਆ। ਇਹ ਬੰਦਾ, ਪਹਿਲੀ ਗੱਲ ਤਾਂ ਹੈਗੀ ਆ, ਦੇਖੋ ਇਹਦਾ ਸਟੇਟਸ ਕਿੱਦਾਂ ਦਾ ਆ, ਇਹਦੇ
ਕੱਪੜੇ ਸੋਹਣੇ ਪਾਏ ਹੋਏ ਨੇ, ਪੈਸੇ ਵਾਲਾ ਬੰਦਾ ਆ, ਲੋਕ ਇਹਨੂੰ ਕੋਈ ਪਸੰਦ ਨਹੀਂ ਕਰਦੇ, ਕੋਈ ਇਹਦੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਹੋਣਾ ਕਿਉਂਕਿ ਇਹ ਖੂਨ ਚੂਸਦਾ ਸੀ ਲੋਕਾਂ ਦਾ। ਪਹਿਲੀ ਗੱਲ ਤਾਂ ਇਹਨੂੰ ਸ਼ਰਮ ਨਹੀਂ ਆਈ, ਫਟਾਫਟ ਭੱਜ ਕੇ ਜਾ ਕੇ ਕਿੱਦਾਂ ਆਪਦੇ ਕੁੜਤੇ ਪਜਾਮੇ ਜਿਹੇ ਦੇ ਵਿੱਚ ਜਾ ਕੇ ਇਹ ਪੇੜ ਤੇ ਚੜ ਗਿਆ ਹੈ। ਇਹ ਜਿਹੜੀ ਚੀਜ਼ ਆ ਇਹ ਕੀ ਦਰਸਾਉਂਦੀ ਆ ਕਿ ਇਹ ਕਿੰਨਾ ਦੇਖਣਾ ਚਾਹੁੰਦਾ ਸੀ ਪ੍ਰਭੂ ਯਿਸੂ ਮਸੀਹ ਜੀ ਨੂੰ ਹੈ। ਇਹਦੇ ਦਿਲ ਦੇ ਵਿੱਚ ਕਿੰਨੀ ਭੁੱਖ ਤੇ ਪਿਆਸ ਹੋਊਗੀ ਕਿ ਇਹ ਦੇਖਣਾ ਹੀ ਚਾਹੁੰਦਾ ਸੀ। ਇਹਨੂੰ ਨਹੀਂ ਸੰਗ ਆਈ ਕਿ ਮੈਂ ਇੰਨੇ ਸੋਹਣੇ ਕੱਪੜੇ ਪਾ ਕੇ ਵੀ ਪੇੜ ਤੇ ਚੜਦਾ ਚੰਗਾ ਲੱਗਦਾ ਆ ਹੈ। ਕੋਈ ਨਿਆਣਾ ਨਹੀਂ ਸੀਗਾ, ਵੱਡਾ ਆਦਮੀ ਸੀਗਾ। ਤੁਸੀਂ ਆਪਣੇ ਆਪ ਨੂੰ ਇਸ ਥਾਂ ਤੇ ਲਾ ਕੇ ਦੇਖੋ ਵੀ ਆਪਾਂ ਕੋਈ ਪੇੜ ਤੇ ਚੜ ਰਹੇ ਹੋਈਏ ਵੀ ਕੋਈ ਆ ਰਿਹਾ ਹੈਗਾ ਵੀ ਕਿੱਦਾਂ ਫੀਲ ਹੋਊਗਾ ਹੈ ਨਾ। ਪਰ ਇਹਨੇ ਕੋਈ ਵੀ ਸੰਗ ਨਹੀਂ ਕੀਤੀ, ਇਹਨੇ ਕੋਈ ਸ਼ਰਮ ਨਹੀਂ ਕੀਤੀ। ਇਹਨੂੰ ਸਿਰਫ ਆਹ ਸੀ ਕਿ ਮੈਂ ਪ੍ਰਭੂ ਨੂੰ ਦੇਖਣਾ ਚਾਹੁੰਦਾ ਆ, ਮੈਂ ਯਿਸੂ ਮਸੀਹ ਜੀ ਨੂੰ ਮਿਲਣਾ ਚਾਹੁੰਦਾ ਆ, ਉਹਨਾਂ ਨੂੰ ਦੇਖਣਾ ਚਾਹੁੰਦਾ ਆ ਹੈ। ਇੱਥੇ ਇਹਦੀ ਨਿਹਚਾ ਜਿਹੜੀ ਸੀਗੀ ਉਹ ਦਿਖਾਈ ਦਿੱਤੀ, ਉਹਦੀ ਨਿਹਚਾ ਦਿਖਾਈ ਦਿੱਤੀ ਹੈ। ਐਨੀ ਭੀੜ ਦੇ ਵਿੱਚ ਦੀ ਵੀ ਇਹ ਜਾ ਕੇ ਜਦੋਂ ਪੇੜ ਦੇ ਉੱਤੇ ਚੜ ਗਿਆ, ਉਸ ਤੋਂ ਬਾਅਦ ਪਰਮੇਸ਼ਰ ਯਿਸੂ ਮਸੀਹ ਜੀ ਨੇ ਫਿਰ ਜਦੋਂ ਜਿੱਦਾਂ ਜਿਹੜੀ 5ਵੀਂ ਵਰਸ ਆਪਾਂ ਪੜ੍ਹੀ ਹੈਗੀ ਆ, ਪਰਮੇਸ਼ਰ ਯਿਸੂ ਮਸੀਹ ਜੀ ਨੂੰ ਉਹ ਪੇੜ ਦੇ ਉੱਤੋਂ ਦੀ ਪਰਮੇਸ਼ਰ ਜੀ ਦੀ ਨਿਗਾਹ ਉਹਦੇ ਵੱਲ ਨੂੰ ਪੈਂਦੀ ਆ ਤੇ ਪਰਮੇਸ਼ਰ ਜੀ ਉਹਨੂੰ ਬੁਲਾਉਂਦੇ ਨੇ। ਪਰ ਅੱਜ ਦੀ ਜਿਹੜੀ ਇਹ ਪ੍ਰੀਚਿੰਗ ਹੈ ਇਹਦੇ 'ਚ ਆਪਾਂ ਸਿਰਫ 3 ਪੁਆਇੰਟ ਦੇਖਾਂਗੇ। ਪਹਿਲਾ ਪੁਆਇੰਟ ਜਿਹੜਾ ਹੈਗਾ ਆ ਉਹ ਹੈਗਾ ਆ ਸਡਨ ਕਨਵਰਜਨ। ਇੱਕਦਮ ਆਪਣਾ ਦਿਲ ਪਰਮੇਸ਼ਵਰ ਦੇ ਅੱਗੇ ਖੋਲ ਦੇਣਾ। ਉਹ ਚੀਜ਼ ਜਕਈ ਦੇ ਨਾਲ ਹੋਈ ਹੈ। ਇੱਕਦਮ ਜਿੱਦਾਂ ਕਹਿ ਲਓ ਵੀ ਇਹ ਪਰਮੇਸ਼ਵਰ ਦਾ ਹੋ ਕੇ ਰਹਿ ਗਿਆ, ਇੱਕਦਮ ਇਹ ਪਰਮੇਸ਼ਵਰ ਦਾ ਹੋ ਗਿਆ। ਜਿੱਦਾਂ ਪੌਲੂਸ ਜਦੋਂ ਡਿੱਗਿਆ ਸੀਗਾ, ਇੱਕਦਮ ਉਹਨੇ ਆਪਦਾ ਮੂੰਹ ਪਰਮੇਸ਼ਵਰ ਵੱਲ ਨੂੰ ਚੱਕਿਆ ਸੀ, ਭਾਵੇਂ ਉਹ ਅੰਨਾ ਹੋ ਗਿਆ ਸੀ, ਉਹਨੂੰ ਨਹੀਂ ਸੀ ਉਸ ਟਾਈਮ ਦਿਸਦਾ। ਉਹ ਕਹਿੰਦਾ ਸੀ ਪਰਮੇਸ਼ਵਰ ਤੂੰ ਕੌਣ ਆ ਹੈ। ਜਦੋਂ ਉਹਨੂੰ ਪਤਾ ਲੱਗਿਆ ਪਰਮੇਸ਼ਵਰ ਕੌਣ ਆ, ਉਹਨੇ ਆਪਣਾ ਆਪ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ਵਰ ਨੂੰ ਦੇ ਦਿੱਤਾ। ਇੱਥੇ ਵੀ ਜਕਈ ਨੂੰ ਜਦੋਂ ਉਹਦੀ ਭੁੱਖ ਤੇ ਪਿਆਸ ਇੰਨੀ ਜ਼ਿਆਦਾ ਅੰਦਰੋਂ ਉੱਭਰ ਕੇ ਆ ਰਹੀ ਸੀਗੀ, ਉਹ ਕਹਿੰਦਾ ਮੈਂ ਤਾਂ ਦੇਖਣਾ ਹੀ ਦੇਖਣਾ ਆ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ, ਵੀ ਪਰਮੇਸ਼ਵਰ ਯਿਸੂ ਮਸੀਹ ਜੀ ਕੌਣ ਆ। ਜਦੋਂ ਉਹ ਜਾ ਕੇ ਭੱਜ ਕੇ ਜਾ ਕੇ ਪੇੜ ਦੇ ਉੱਤੇ ਚੜ ਗਿਆ ਤੇ ਪਰਮੇਸ਼ਰ ਯਿਸੂ ਮਸੀਹ ਜੀ ਉਹਨੂੰ ਕਹਿੰਦੇ ਨੇ, ਪਰਮੇਸ਼ਰ ਯਿਸੂ ਮਸੀਹ ਜੀ ਉੱਪਰ ਨੂੰ ਦੇਖਦੇ ਨੇ ਤੇ ਉਹਨੂੰ ਕਹਿੰਦੇ ਨੇ ਜਕਈ ਜਲਦੀ ਸੇ ਨੀਚੇ ਉਤਰਾ क्योंकि मुझे आज तेरे घर जाना है, आज तेरे घर ठहरना है, आज मैं तेरे घर ठहरना आ, तू छेती देने छल्ले आ जा। पहली गल परमेश्वर ने ओदा नाम लैके ओनू बुलाया। आमेन, हालेलुया। ਐਨੀ ਵੱਡੀ ਭੀੜ ਚੋਂ ਪਰਮੇਸ਼ਵਰ ਨੇ ਸਿਰਫ ਉਹਦਾ ਨਾਮ ਲੈ ਕੇ ਉਹਨੂੰ ਬੁਲਾਇਆ। ਆਮੇਨ, ਹਾਲੇਲੂਇਆ। ਇਹ ਬਹੁਤ ਵੱਡੀ ਗੱਲ ਆ। ਦੇਖੋ ਐਨੀ ਦੁਨੀਆ ਉਸ ਥਾਂ ਤੇ ਸੀਗੀ ਉਸ ਵੇਲੇ, ਪਰਮੇਸ਼ਵਰ ਨੂੰ ਉਸ ਬੰਦੇ ਦੀ ਨਿਹਚਾ ਨਜ਼ਰ ਆਈ ਹੈ। ਕਈ ਵਾਰੀ ਆਪਾਂ ਇੰਨੇ ਲੋਕ ਬੈਠੇ ਹੁੰਦੇ ਆ ਕਿ ਪਰਮੇਸ਼ਵਰ ਤੂੰ ਸਾਨੂੰ ਵੀ ਛੂ, ਸਾਨੂੰ ਵੀ ਛੂ, ਪਰ ਪਰਮੇਸ਼ਵਰ ਉਸ ਬੰਦੇ ਨੂੰ ਛੂੰਦਾ ਆ, ਉਸ ਬੰਦੇ ਦੀ ਦੁਆ ਪਰਮੇਸ਼ਵਰ ਤੱਕ ਪਹੁੰਚਦੀ ਆ ਜਿਹੜਾ ਬੰਦੇ ਦੀ ਨਿਹਚਾ ਨਜ਼ਰ ਆਉਂਦੀ ਆ ਪਰਮੇਸ਼ਵਰ ਨੂੰ। ਇਸ ਜਕਈ ਨੇ ਨਿਹਚਾ, ਆਪਾਂ ਪਹਿਲਾਂ ਪਾਸਟਰ ਜੀ ਇੱਕ ਪ੍ਰੀਚਿੰਗ ਸੀਗੀ ਆਪਾਂ ਸੁਣਦੇ ਹੁੰਦੇ ਆ, ਨਿਹਚਾ ਦੇ ਨਾਲ ਐਕਸ਼ਨ ਹੋਣਾ ਚਾਹੀਦਾ ਆ, ਨੇਚਾ ਦੇ ਨਾਲ ਕੰਮ ਹੋਣਾ। ਕੱਲੀ ਨੇਚਾ ਆਪਾਂ ਕਹੀਏ ਵੀ ਕਹਾਂ ਜੀ ਨੇਚਾ ਹੈ, ਉਹਦੇ ਨਾਲ ਐਕਸ਼ਨ ਹੋਣਾ ਚਾਹੀਦਾ ਆ। ਇਹਦੀ ਨੇਚਾ ਦੇ ਨਾਲ ਕੀ ਐਕਸ਼ਨ ਹੋਇਆ ਦੇਖੋ। ਨੇਚਾ ਸੀ ਕਿ ਮੈਂ ਯਿਸੂ ਨੂੰ ਦੇਖਣਾ ਆ, ਮੈਂ ਯਿਸੂ ਨੂੰ ਦੇਖਣਾ ਆ, ਤੇ ਦੌੜ ਕੇ ਅੱਗੇ ਜਾ ਕੇ ਪੂਰੀ ਪਲੈਨਿੰਗ ਕਰਤੀ ਇਹਨੇ ਕਿ ਜਦੋਂ ਭੀੜ ਇੱਥੋਂ ਦੀ ਲੰਘੂਗੀ ਉਦੋਂ ਮੈਂ ਯਿਸੂ ਨੂੰ ਦੇਖੂੰਗਾ। ਇਹਨੇ ਪੂਰੀ ਪਲੈਨਿੰਗ ਕੀਤੀ ਤੇ ਚੜ ਕੇ ਪੇੜ ਤੇ ਬਹਿ ਗਿਆ। ਇਹਨੇ ਇਹ ਐਕਸ਼ਨ ਕੀਤਾ ਕਿ ਮੈਂ ਦੇਖਣਾ ਹੈ। ਇਹਨੇ ਕੁਛ ਹੱਥ ਪੱਲਾ ਮਾਰਿਆ, ਬੈਠਾ ਹੀ ਨਹੀਂ ਰਹਿ ਗਿਆ, ਸੋਚਦਾ ਹੀ ਨਹੀਂ ਰਹਿ ਗਿਆ ਟੀਵੀ ਦੇ ਮੂਹਰੇ, ਹਾਂ ਚਲੋ ਠੀਕ ਆ ਕਰ ਲਾਂਗੇ ਹੋ ਜਾਊਗਾ। ਇਦਾਂ ਨਹੀਂ, ਐਕਸ਼ਨ ਚਾਹੀਦਾ ਆ। ਜਦੋਂ ਆਪਾਂ ਨੇਚਾ ਦੀ ਕੋਈ ਗੱਲ ਕਰਦੇ ਆ ਤੇ ਨੇਚਾ ਦੇ ਨਾਲ ਐਕਸ਼ਨ ਜ਼ਰੂਰੀ ਆ। ਸੋ ਜਦੋਂ ਐਕਸ਼ਨ ਇਹਨੇ ਕੀਤਾ ਤੇ ਉਸ ਵੇਲੇ ਜਿਹੜਾ ਐਕਸ਼ਨ ਜਦੋਂ ਇਹਨੇ ਕੀਤਾ ਤਾਂ ਜਿਹੜਾ ਦਰਵਾਜ਼ਾ ਸੀਗਾ ਉਹ ਸਿੱਧਾ ਸਵਰਗਾਂ 'ਚ ਖੜਕਿਆ। ਆਮੇਨ, ਹਾਲੇਲੂਇਆ। ਉਹ ਸਿੱਧਾ ਸਵਰਗਾਂ 'ਚ ਖੜਕਿਆ ਤੇ ਉਹ ਦਰਵਾਜ਼ਾ ਜਦੋਂ ਖੜਕਿਆ ਤੇ ਉਹ ਦਰਵਾਜ਼ਾ ਖੁੱਲਿਆ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੂੰ ਮੈਂ ਕਹਿੰਦੀ ਆ ਹੁਕਮ ਹੋਇਆ ਉੱਪਰੋਂ ਕਿ ਜਕਈ ਨੂੰ ਹਾਕ ਮਾਰ। ਆਮੇਨ, ਹਾਲੇਲੂਇਆ। ਇਦਾਂ ਹੀ ਆਪਾਂ ਨੂੰ ਵੀ ਹਾਕ ਪੈ ਸਕਦੀ ਆ ਆਪਣਾ ਨਾਂ ਲੈ ਕੇ। ਬਹੁਤ ਲੋਕਾਂ ਨੂੰ ਆਪਣਾ ਨਾਂ ਲੈ ਕੇ ਹਾਕ ਪਈ ਆ,
ਸੁਣਾਈ ਦਿੱਤੀ ਆ, ਆਪਾਂ ਨੂੰ ਵੀ ਪੈ ਸਕਦੀ ਆ। ਆਪਣੀ ਨੇਚਰ 'ਚ ਤਕੜੇ ਰਹੀਏ ਤੇ ਨੇਚਰ ਦੇ ਨਾਲ ਜੋ ਕੁਝ ਕੰਮ ਕਰਨੇ ਨੇ ਉਹ ਕਰਦੇ ਰਹੀਏ। ਤਾਂ ਹੀ ਕਹਿੰਦੇ ਹੁੰਦੇ ਆ ਜਦੋਂ ਵੀ ਪਰਮੇਸ਼ਰ ਕੋਈ ਕੰਮ ਕਰਦਾ ਹੈ ਆਪਣੀ ਜ਼ਿੰਦਗੀ 'ਚ, ਜ਼ਰੂਰ ਆ ਕੇ ਟੈਸਟਮਨੀ ਸਾਂਝੀ ਕਰੀਏ। ਇਹ ਨੇਚਰ ਦੇ ਨਾਲ ਆਪਾਂ ਐਕਸ਼ਨ ਕਰ ਰਹੇ ਹਾਂ ਕਿ ਆਪਾਂ ਟੈਸਟਮਨੀ ਦੇ ਰਹੇ ਹਾਂ, ਆਪਾਂ ਦਿਖਾ ਰਹੇ ਹਾਂ ਪਰਮੇਸ਼ਰ ਨੂੰ, ਪਰਮੇਸ਼ਰ ਆ ਮੈਂ ਟੈਸਟਮਨੀ ਦੇ ਰਿਹਾ, ਮੈਨੂੰ ਵਿਸ਼ਵਾਸ ਆ ਤੂੰ ਮੇਰਾ ਕੰਮ ਕਰ ਦਿੱਤਾ ਆ। ਆਮੇਨ, ਹਾਲੇਲੂਇਆ। ਤੇ ਜਦੋਂ ਹਾਕ ਪਈ ਤੇ ਉਦੋਂ ਜਦੋਂ ਉਹਨੂੰ ਹਾਕ ਪਈ, ਜੇ ਕੋਈ ਹੋਰ ਬੰਦਾ ਹੁੰਦਾ ਤਾਂ ਹੋ ਵੀ ਸਕਦਾ ਹੈ ਉਹ ਕਹਿ ਦਿੰਦਾ ਹਾਂਜੀ ਮੈਨੂੰ ਬੁਲਾਇਆ ਤੁਸੀਂ ਪੇੜ ਦੇ ਉੱਤੋਂ ਦੀ ਹੈ। ਉਹ ਕਹਿ ਸਕਦਾ ਨਹੀਂ ਕੋਈ ਨਹੀਂ, ਦੈਟਸ ਓਕੇ। ਉਹ ਪਰਮੇਸ਼ਰ ਨੇ ਕਿਹਾ ਵੀ ਮੈਂ ਅੱਜ ਮੈਂ ਤੁਹਾਡੇ ਘਰੇ ਤੇਰੇ ਘਰੇ ਜਾ ਕੇ ਠਹਿਰਨਾ ਆ। ਉਹ ਕਹਿ ਸਕਦਾ ਸੀ ਹਾਏ ਪਤਾ ਨਹੀਂ ਘਰ ਵਾਲੀ ਰੋਟੀ ਬਣਾਊਗੀ ਕਿ ਨਹੀਂ, ਪਤਾ ਨਹੀਂ ਕਿਤੇ ਉਹ ਮੈਨੂੰ ਗੁੱਸੇ ਨਾ ਹੋ ਜਾਵੇ ਵੀ ਐਵੇਂ ਲੈ ਆਂਦਾ ਬਿਨਾਂ ਪੁੱਛੇ ਪੁਛਾਈ ਲੈ ਆਂਦਾ ਹੈ ਨਾ। ਤੇ ਇਹਨੇ ਕੁਛ ਨਹੀਂ ਸੋਚਿਆ, ਇਹਨੇ ਕੋਈ ਇੱਧਰ ਲਈ ਉੱਧਰ ਲਈ ਨਹੀਂ ਵੀ ਚੱਲ ਕੋਈ ਨਹੀਂ ਪੀਜ਼ਾ ਹੀ ਮੰਗਾਵਾਂਗੇ ਹੋਰ ਨਹੀਂ ਤਾਂ ਹੈ ਨਾ। ਇਹਨੇ ਕੋਈ ਇੱਧਰ ਲਈ ਉੱਧਰ ਨਹੀਂ, ਕੋਈ ਗੱਲ ਨਹੀਂ ਯਿਸੂ ਜੀ ਠੀਕ ਆ, ਬਸ ਮੈਂ ਤਾਂ ਤੁਹਾਡੇ ਦਰਸ਼ਨ ਹੀ ਕਰਨੇ ਸੀਗੇ, ਕੋਈ ਗੱਲ ਨਹੀਂ ਬਸ ਹੋ ਗਿਆ ਮੈਂ ਤਾਂ ਦਰਸ਼ਨ। ਇਹਨੇ ਇਹ ਜੀ ਕੋਈ ਗੱਲ ਨਹੀਂ ਕਹੀ। ਇਹਨੇ ਫਟਾਫਟ ਇਹ ਬੰਦਾ ਥੱਲੇ ਉਤਰਿਆ ਹੈ। ਇਹਨੇ ਐਕਸ਼ਨ ਤੇ ਐਕਸ਼ਨ, ਇੱਕ ਹੋਰ ਐਕਸ਼ਨ, ਇਹ ਫਟਾਫਟ ਇਹ ਬੰਦਾ ਥੱਲੇ ਉਤਰਿਆ। ਇੱਕ ਕਿਸੇ ਥਾਂ ਤੇ ਕਿਸੇ ਬੰਦੇ ਨੇ ਕਿਹਾ ਹੈ ਕਿ ਜਦੋਂ ਇਹ ਪੇੜ ਤੇ ਇੱਕ ਪਾਪੀ ਸੀਗਾ ਤੇ ਜਦੋਂ ਥੱਲੇ ਉਤਰਿਆ ਆ ਇੱਕ ਸੇਵਡ ਪਰਸਨ। ਆਮੇਨ, ਹਾਲੇਲੂਇਆ। ਇਹਨੂੰ ਕਹਿੰਦੇ ਨੇ ਸਡਨ ਕਨਵਰਜਨ, ਕਿ ਇੱਕਦਮ ਕਿੱਦਾਂ ਬੰਦਾ ਬਚ ਸਕਦਾ ਹੈ ਇੱਕ ਸੈਕਿੰਡ ਦੇ ਵਿੱਚ, ਐਟ ਦ ਰਾਈਟ ਪਲੇਸ ਐਟ ਦ ਰਾਈਟ ਟਾਈਮ ਹੈ। ਜਦੋਂ ਆਪਣੇ ਵੀ ਐਟ ਅ ਰਾਈਟ ਪਲੇਸ ਐਟ ਅ ਰਾਈਟ ਟਾਈਮ ਹੋਣਗੇ ਨਾ, ਉਦੋਂ ਪਰਮੇਸ਼ਰ ਦੀ ਮਿਹਰ ਤੇ ਕਿਰਪਾ ਹੋਊਗੀ। ਉਦੋਂ ਹੀ ਇੱਕ ਸੈਕਿੰਡ ਦੇ ਵਿੱਚ ਜਦੋਂ ਬੰਦਾ ਠੀਕ ਟਾਈਮ ਤੇ, ਉਹ ਟਾਈਮ ਜਿਹੜਾ ਪਰਮੇਸ਼ਰ ਨੇ ਨਿਯੁਕਤ ਕੀਤਾ ਆ ਉਹ ਠੀਕ ਟਾਈਮ ਹੈ। ਆਮੇਨ, ਹਾਲੇਲੂਇਆ। ਉਦੋਂ ਪਰਮੇਸ਼ਰ ਦੀ ਮਿਹਰ ਤੇ ਕਿਰਪਾ ਹੋਊਗੀ। ਆਪਣੀ ਹੋਪ ਨਾ ਛੱਡੀਏ, ਬਸ ਹੋਪ ਨੂੰ ਫੜ ਕੇ ਰੱਖੀਏ। ਹਾਲੇਲੂਇਆ। ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ 7ਵੀਂ ਵਰਸ ਆਪਾਂ ਪੜ੍ਹਦੇ ਹੈਗੇ ਆ। ਹਾਂਜੀ 7ਵੀਂ ਵਰਸ ਪੜ੍ਹ ਦਿਓ ਪਲੀਜ਼। ਇਹ ਦੇਖ ਕੇ ਸਾਰੇ ਲੋਕੀ ਬੁੜਬੁੜਾਉਣ ਲੱਗੇ, ਇਹ ਆਦਮੀ ਇੱਕ ਪਾਪੀ ਆਦਮੀ ਦੇ ਘਰ ਰਹਿਣ ਲਈ ਗਿਆ ਹੈ। ਹੁਣ ਜਦੋਂ ਸਾਰੇ ਲੋਕਾਂ ਨੇ ਪਹਿਲਾਂ ਤਾਂ 6ਵੀਂ ਜੂਨ ਨੇ ਉਹਨਾਂ ਨੇ 6ਵੀਂ ਵਰਸ ਦੇ ਵਿੱਚ ਲਿਖਿਆ ਹੈਗਾ ਕਿ ਜਦੋਂ ਹੀ ਪਰਮੇਸ਼ਰ ਨੇ ਜ਼ਕਈ ਨੂੰ ਹਾਕ ਮਾਰੀ ਤੇ ਉਹ ਝਟਪਟ ਪ੍ਰਸੰਨ ਹੋ ਕੇ ਥੱਲੇ ਉਤਰਿਆ ਆ ਪਰਮੇਸ਼ਰ ਦਾ ਸਵਾਗਤ ਕਰਨ ਦੇ ਲਈ। 6ਵੀਂ ਵਰਸ ਦੇ ਵਿੱਚ ਇਹ ਲਿਖਿਆ ਹੋਇਆ ਹੈ, ਫਟਾਫਟ ਥੱਲੇ ਉਤਰ ਕੇ ਸਵਾਗਤ ਕਰਨ ਦੇ ਲਈ, ਮਤਲਬ ਵੀ ਉਹਦੇ ਅੰਦਰ ਖੁਸ਼ੀ ਆਈ ਹੈ ਨਾ। ਜਦੋਂ ਪਰਮੇਸ਼ਰ ਯਿਸੂ ਮਸੀਹ ਜੀ ਨੂੰ ਜਦੋਂ ਵੀ ਆਪਾਂ ਪਹਿਲੀ ਵਾਰੀ, ਤੁਹਾਨੂੰ ਚੇਤੇ ਆ ਉਹ ਪਹਿਲਾ ਦਿਨ ਜਦੋਂ ਆਪਾਂ ਪਰਮੇਸ਼ਰ ਯਿਸੂ ਮਸੀਹ ਜੀ ਨੂੰ ਐਕਸੈਪਟ ਕੀਤਾ ਸੀ, ਆਪਾਂ ਫੁੱਲੇ ਨਹੀਂ ਸੀ ਸਮਾਏ, ਆਪਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਆਪਾਂ ਕਿਹਨੂੰ ਦੱਸੀਏ, ਕਿੱਥੇ ਜਾ ਕੇ ਦੱਸੀਏ, ਆਪਾਂ ਨੂੰ ਵੀ ਕਿੱਧਰ ਜਾ ਕੇ ਦੱਸੀਏ ਵੀ ਪਰਮੇਸ਼ਰ ਯਿਸੂ ਮਸੀਹ ਜੀ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਕੀਤਾ ਆ। ਮੇਰੇ ਫਾਦਰ ਇਨ ਲਾ ਪਰਮੇਸ਼ਰ ਦੇ ਵਿੱਚ ਸੀਗੇ। ਮੇਰੇ ਫਾਦਰ ਇਨ ਲਾ, ਜਦੋਂ ਮੇਰੇ ਫਾਦਰ ਇਨ ਲਾ ਨੇ ਨਵੇਂ ਪਰਮੇਸ਼ਰ ਦੇ ਵਿੱਚ ਆਏ, ਮੇਰੇ ਫਾਦਰ ਇਨ ਲਾ ਨੇ ਪਾਣੀ ਦਾ ਬਪਤਿਸਮਾ ਵੀ ਲਿੱਤਾ ਹੋਇਆ ਸੀਗਾ। ਤੇ ਜਦੋਂ ਉਹ ਪਰਮੇਸ਼ਰ ਦੇ ਵਿੱਚ ਨਵੇਂ ਆਏ, ਉਹਨਾਂ ਦੇ ਚਿਹਰੇ ਦੀ ਚਮਕ ਹੀ ਵੱਖਰੀ ਸੀ। ਉਹ ਹਿੰਦੂ ਘਰਾਣੇ ਤੋਂ ਸੀਗੇ ਹੈ ਨਾ, ਪਰ ਜਦੋਂ ਉਹ ਪਰਮੇਸ਼ਰ ਦੇ ਵਿੱਚ ਆਏ, ਚਰਚ ਵੀ ਆਉਂਦੇ ਹੁੰਦੇ ਸੀਗੇ ਆਪਣੇ ਉੱਧਰ ਤੇ ਸੀਨੀਅਰਸ ਮੀਟਿੰਗ 'ਚ ਜਾਂਦੇ ਹੁੰਦੇ ਸੀਗੇ, ਉਹਨਾਂ ਦੇ ਚਿਹਰੇ ਦੀ ਚਮਕ ਹੀ ਅੱਡ ਸੀਗੀ, ਵੱਖਰੀ, ਮਤਲਬ ਸਮਾਈਲ ਉਹਨਾਂ ਦੇ ਚਿਹਰੇ ਤੇ ਇੱਕ ਵਾਰੀ ਕਿਸੇ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਕਿਸੇ ਦੇ ਘਰੇ, ਆਪਦਾ ਕੋਈ ਉਹਨਾਂ ਦੇ ਕੱਟ-ਕੁੱਟ ਹੋਇਆ ਸੀਗਾ, ਸਾਰੇ ਉਧਰਲੇ ਇੰਡੀਅਨ ਹਿੰਦੂ ਜਿਹੜੇ ਸੀਗੇ ਇਦਾਂ ਸੀਗੇ, ਫੈਮਿਲੀ ਦਾ ਕੋਈ ਸੀਗਾ, ਉੱਥੇ ਬੈਠੇ ਉਹਨਾਂ ਨੂੰ ਪਤਾ ਨਾ ਲੱਗੇ ਕੀ ਕਰਾਂ ਮੈਂ। ਨਵੇਂ ਨਾ ਮੈਨੂੰ ਕਹੇ ਸੁਸੀ ਮੈਂ ਉਹਨੂੰ ਦੱਸ ਦੇਵਾਂ, ਮਤਲਬ ਵੀ ਉਹਨਾਂ ਦੇ ਅੰਦਰ ਉਬਾਲੇ ਉੱਠਣ ਕਿ ਮੈਂ ਪਰਮੇਸ਼ਰ ਦਾ ਵਚਨ ਦੱਸ ਦੇਵਾਂ, ਮੈਂ ਯਿਸੂ ਦਾ ਨਾਮ ਦੱਸ ਦੇਵਾਂ, ਮੈਂ ਉਹਨੂੰ ਦੱਸ ਦੇਵਾਂ। ਮਤਲਬ ਵੀ ਏਦਾਂ ਲੱਗਦਾ ਸੀ ਨਾ, ਪਤਾ ਵੀ ਵਾਓ ਕਿੱਦਾਂ ਪਰਮੇਸ਼ਰ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ। ਤੇ ਅੱਜ ਉਹ ਪਰਮੇਸ਼ਰ ਯਿਸੂ ਮਸੀਹ ਜੀ ਦੇ ਨਾਲ ਨੇ। ਆਮੇਨ, ਹਾਲੇਲੂਇਆ। ਆਪਾਂ ਮਿਲਾਂਗੇ ਉਹਨਾਂ ਨੂੰ ਇੱਕ ਦਿਨ। ਆਮੇਨ, ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਤੇ ਕਿੱਦਾਂ ਪਰਮੇਸ਼ਰ ਕਿੰਨੇ
ਪਿਆਰ ਦੇ ਨਾਲ ਜਦੋਂ ਪਾਪਾ ਪਰਮੇਸ਼ਰ ਆਪਾਂ ਨੂੰ ਭਰਦਾ ਆ, ਉਹ ਆਪਣੇ ਚਿਹਰੇ ਤੇ ਜਿਹੜੀ ਉਹ ਖੁਸ਼ੀ ਆ ਉਹ ਵੱਖਰੀ ਹੋਈ ਹੁੰਦੀ ਆ। ਉਹਦੇ ਜਕਈ ਦੇ ਚਿਹਰੇ ਤੇ ਉਹ ਖੁਸ਼ੀ ਦੇਖਣ ਵਾਲੀ ਹੋਣੀ ਆ ਹੈ, ਜਿਹੜੀ ਉਸਨੇ ਪਰਮੇਸ਼ਰ ਨੇ ਜਦੋਂ ਕਿਹਾ ਜਕਈ ਛੇਤੀ ਥੱਲੇ ਆ ਜਾ, ਅੱਜ ਮੈਂ ਤੇਰੇ ਘਰੇ ਠਹਿਰਾਂਗਾ। ਤੇ ਠਹਿਰਾਂਗਾ ਦਾ ਮਤਲਬ ਆ ਕਿ ਅੱਜ ਮੈਂ ਤੁਹਾਡੇ ਘਰੇ ਰੁਕੂੰਗਾ, ਤੁਹਾਡੇ ਘਰੇ ਨਾਲ ਖਾਣਾ ਖਾਊਂਗਾ, ਤੁਹਾਡੇ ਨਾਲ ਫੈਲੋਸ਼ਿਪ ਕਰੂੰਗਾ। ਤੇ ਉਦੋਂ ਉਹ ਫਟਾਫਟ ਥੱਲੇ ਉਤਰਿਆ ਤੇ ਖੁਸ਼ੀ ਦੇ ਨਾਲ ਉਹਨੇ ਪਰਮੇਸ਼ਵਰ ਦਾ ਸਵਾਗਤ ਕੀਤਾ। ਹਾਲੇਲੂਇਆ। ਤੇ 7ਵੀਂ ਜਿਹੜੀ ਆਪਾਂ ਹੁਣ ਪੜ੍ਹ ਕੇ ਹਟੇ ਆ ਕਿ ਜਦੋਂ ਸਾਰੇ ਲੋਕਾਂ ਨੇ ਉਹ ਦੇਖੀ ਗੱਲ ਕਿ ਪਰਮੇਸ਼ਵਰ ਯਿਸੂ ਮਸੀਹ ਜੀ ਨੇ ਇਹ ਕਿਹਾ ਜਕਈ ਨੂੰ, ਤੇ ਉਹ ਬੜਬੜਾਉਣ ਲੱਗੇ ਹੈ। ਉਹ ਬੜਬੜਾਉਣ ਲੱਗੇ ਕਿ ਕੀ ਉਹਨੇ ਕਿਹਾ ਕਿ ਜਾਂ ਉਹਨਾਂ ਨੇ ਕਿਹਾ ਪਰਮੇਸ਼ਵਰ ਦੀ ਕਿਰਪਾ ਮਹਾਨ ਹੈ ਕਿ ਦੇਖੋ ਪਰਮੇਸ਼ਵਰ ਯਿਸੂ ਮਸੀਹ ਜੀ ਐਸ ਪਾਪੀ ਦੇ ਘਰ ਨੂੰ ਚੱਲੇ ਨੇ। ਇਹ ਕਿਹਾ ਉਹਨਾਂ ਨੇ? ਨਹੀਂ ਕਿਹਾ ਹੈ। ਇਨਸਾਨ ਹੀ ਆ ਹੈ। ਦੇਖੋ ਉਹਨਾਂ ਨੇ ਇਹ ਨਹੀਂ ਕਿਹਾ ਕਿ ਪਰਮੇਸ਼ਰ ਦੀ ਕਿਰਪਾ ਇੰਨੀ ਮਹਾਨ ਹੈ ਕਿ ਪਾਪੀ ਦੇ ਘਰ ਨੂੰ ਚੱਲੇ ਨੇ। ਉਹ ਕਹਿੰਦੇ ਇਹ ਯਿਸੂ ਏਦਾਂ ਦੇ ਬੰਦੇ ਜਿਹਨੂੰ ਅਸੀਂ ਨਹੀਂ ਪੁੱਛਦੇ, ਤੇ ਯਿਸੂ ਦਾ ਇੰਨਾ ਮਹਾਨ ਹੋਇਆ, ਇਹ ਨੇ ਇੰਨੇ ਚਮਤਕਾਰ ਕੀਤੇ ਨੇ, ਮੁਰਦੇ ਜਲਾਏ ਨੇ ਤੇ ਅੰਨਿਆਂ ਨੂੰ ਚੰਗਾ ਕੀਤਾ, ਸਾਰਾ ਕੁਝ ਪਰਮੇਸ਼ਰ ਯਿਸੂ ਮਸੀਹ ਜੀ ਨੂੰ ਨਹੀਂ ਪਤਾ ਕਿ ਉਹ ਬੰਦਾ ਕਿੰਨਾ ਪਾਪੀ ਆ, ਕਿੰਨਾ ਖਰਾਬ ਬੰਦਾ ਆ ਹੈ, ਉਹਦੇ ਘਰ ਨੂੰ ਚੱਲੇ ਨੇ ਹੈ। ਤੁਸੀਂ ਸੋਚੋ ਜੇ ਉਸ ਵੇਲੇ ਪਰਮੇਸ਼ਰ ਯਿਸੂ ਮਸੀਹ ਜੀ, ਉਹ ਜਿਹੜੇ ਲੋਕ ਬੜਬੜਾ ਰਹੇ ਸੀਗੇ, ਪਰਮੇਸ਼ਰ ਯਿਸੂ ਮਸੀਹ ਜੀ ਜੇ ਉਹਨਾਂ ਨੂੰ ਉਸ ਵੇਲੇ ਕਹਿੰਦੇ ਕਿ ਪਹਿਲਾ ਪੱਥਰ ਉਹ ਚੱਕੇ ਜਿਹਨੇ ਕਦੇ ਕੋਈ ਪਾਪ ਨਾ ਕੀਤਾ ਹੋਵੇ ਹੈ। ਸੋਚੋ ਤੁਸੀਂ ਉਸ ਵੇਲੇ ਕੋਈ ਵੀ ਉਸ ਥਾਂ ਤੇ ਖੜਾ ਨਾ ਰਹਿੰਦਾ, ਕਿਉਂਕਿ ਕੋਈ ਬੰਦਾ ਹੈ ਨਹੀਂ ਜੋ ਪਾਪ ਤੋਂ ਰਹਿਤ ਹੈ। ਕੋਈ ਬੰਦਾ ਨਹੀਂਗਾ। ਆਪਣਾ ਪਾਪ ਆਪਾਂ ਨੂੰ ਛੋਟਾ ਲੱਗਦਾ ਆ, ਦੂਜਿਆਂ ਦੇ ਪਾਪ ਆਪਾਂ ਨੂੰ ਵੱਡੇ ਲੱਗਦੇ ਨੇ ਹੈ। ਤਾਂ ਕਰਕੇ ਆਪਾਂ ਕਹਿੰਦੇ ਆ ਦੂਜਿਆਂ ਦੇ ਲਈ ਦੁਆਵਾਂ ਕਰਦੇ ਰਹੀਏ, ਦੂਜਿਆਂ ਦੇ ਪਾਪਾਂ ਨੂੰ ਵੱਡਾ ਕਰਕੇ ਨਾ ਬਣਾਈਏ, ਸਗੋਂ ਦੂਜਿਆਂ ਦੇ ਪਾਪਾਂ ਨੂੰ ਢੱਕ ਕੇ ਰੱਖੀਏ, ਉਹਨਾਂ ਦੇ ਲਈ ਦੁਆ ਕਰੀਏ, ਲੁਕੋ ਕੇ ਰੱਖੀਏ, ਦੂਜਿਆਂ ਨੂੰ ਨਾ ਦੱਸਦੇ ਫਿਰੀਏ। ਇਹ ਮਸੀਹੀ ਨੂੰ ਸ਼ੋਭਾ ਨਹੀਂ ਦਿੰਦਾ। ਆਮੇਨ, ਹਾਲੇਲੂਇਆ। ਤੇ ਇਹ ਆਪਣਾ ਕੰਮ ਹੈ ਐਜ਼ ਅ ਚਰਚ, ਐਜ਼ ਅ ਫੈਮਿਲੀ, ਆਪਾਂ ਇੱਕ ਦੂਜੇ ਨੂੰ ਵੀ ਹੈਵ ਟੂ ਵਾਚ ਐਵਰੀਬਾਡੀਜ਼ ਬੈਕ ਹੈ ਨਾ। ਇੱਕ ਦੂਜੇ ਦੇ ਲਈ ਆਪਾਂ ਇੱਕ ਦੂਜੇ ਨੂੰ ਬਚਾ ਕੇ ਰੱਖੀਏ, ਜਿੱਦਾਂ ਕਹਿ ਲਓ ਹੈ ਨਾ। ਸੋ ਇਹ ਜ਼ਰੂਰੀ ਆ ਕਿ ਇਹ ਚੀਜ਼ ਆਪਾਂ ਸਿੱਖੀਏ ਪਰਮੇਸ਼ਵਰ ਤੋਂ, ਕਿ ਪਰਮੇਸ਼ਵਰ ਕਹਿੰਦਾ ਆ ਸਭ ਬੰਦੇ ਨੇ, ਸਭ ਨੇ ਪਾਪ ਕੀਤਾ ਆ। ਸੋ ਤਾਂ ਕਰਕੇ ਤੇ ਅੱਜ ਜ਼ਰੂਰੀ ਹੈ ਕਿ ਅੱਜ ਆਪਾਂ ਪੂਰੀ ਤਰ੍ਹਾਂ ਦੇ ਨਾਲ ਆਪਣਾ ਦਰਵਾਜ਼ਾ ਦਿਲ ਦਾ ਜਿਹੜਾ ਹੈਗਾ ਉਹ ਖੋਲ ਦਈਏ ਤੇ ਕਹੀਏ ਪਰਮੇਸ਼ਵਰ ਅੱਜ ਸਾਫ਼ ਕਰ ਮੇਰੇ ਦਿਲ ਨੂੰ, ਅੱਜ ਕੱਢ ਦੇ ਹਰ ਕੋਈ ਚੀਜ਼ ਹੈ ਜੀ ਬੁਰਾਈ ਵਾਲੀ ਚੀਜ਼, ਜੋ ਵੀ ਕੁਝ ਮੇਰੇ ਦਿਲ ਦੇ ਵਿੱਚ ਹੈਗਾ, ਸ਼ਾਇਦ ਜਿਹਦੀ ਹਜੇ ਮੈਂ ਮਾਫੀ ਨਹੀਂ ਮੰਗੀ, ਅੱਜ ਮੈਨੂੰ ਮਾਫ ਕਰ ਦੇ, ਮਾਫ ਕਰ ਦੇ। ਜਿੱਦਾਂ ਆਪਾਂ ਪਿਛਲੀ ਵਾਰੀ ਪੜ੍ਹ ਰਹੇ ਸੀਗੇ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਰਸਤਬਾਜ਼ ਬਣੋ, ਪਰ ਰਸਤਬਾਜ਼ ਬਣਨ ਤੱਕ ਲਈ ਵੀ ਬਹੁਤ ਕੁਝ ਕਰਨਾ ਪੈਂਦਾ ਆ, ਬਹੁਤ ਚੀਜ਼ਾਂ ਤੋੜਨੀਆਂ ਪੈਂਦੀਆਂ ਨੇ, ਬਹੁਤ ਚੀਜ਼ਾਂ ਛੱਡਣੀਆਂ ਪੈਂਦੀਆਂ ਨੇ, ਬਹੁਤ ਵਾਰੀ ਮੂੰਹ ਬੰਦ ਕਰਨਾ ਪੈਂਦਾ ਆ, ਬਹੁਤ ਵਾਰੀ ਮਾਫੀਆਂ ਮੰਗਣੀਆਂ ਪੈਂਦੀਆਂ ਨੇ, ਬਹੁਤ ਵਾਰੀ ਮਾਫ ਕਰਨਾ ਪੈਂਦਾ ਆ। ਰਸਤਬਾਜ਼ ਬਣਨ ਦੇ ਲਈ ਬਹੁਤ ਕੁਝ ਕਰਨਾ ਪੈਂਦਾ ਆ। ਕਿ ਅੱਜ ਕਹੀਏ ਪਰਮੇਸ਼ਰ ਮਦਦ ਕਰ ਮੇਰੀ ਕਿ ਮੈਂ ਹੌਲੀ ਹੌਲੀ ਕਰਕੇ ਉਸ ਦੇ ਨੇੜੇ ਪਹੁੰਚਦਾ ਜਾਵਾਂ। ਆਮੇਨ, ਹਾਲੇਲੂਇਆ। ਤੇ ਲੋਕਾਂ ਨੇ ਬੁੜਬੜਾਉਣਾ ਸ਼ੁਰੂ ਕਰ ਦਿੱਤਾ, ਪਰ ਉਸ ਵੇਲੇ ਭਾਵੇਂ ਉਹ ਜਦੋਂ ਜਕਈ ਪੇੜ ਤੋਂ ਉਤਰਿਆ ਹੋਊਗਾ, ਸਾਰੀ ਦੁਨੀਆ ਉਸ ਦੇ ਖਿਲਾਫ ਸੀਗੀ। ਸਾਰੀ ਦੁਨੀਆ ਯਿਸੂ ਨੂੰ ਛੱਡ ਕੇ ਸਾਰੀ ਭੀੜ ਜਕਈ ਦੇ ਖਿਲਾਫ ਸੀਗੀ। ਕੀ ਕੁਛ ਨਹੀਂ ਸੁਣਿਆ ਹੋਣਾ ਉਸ ਵੇਲੇ ਜਕਈ ਨੇ, ਇਹ ਬੰਦਾ ਇਹ ਜਿਹਾ ਬੰਦਾ, ਇਹ ਕਿੱਦਾਂ, ਇਹ ਯਿਸੂ ਇਹਦੇ ਨਾਲ ਗੱਲ ਕਿਉਂ ਕਰ ਰਹੇ ਨੇ, ਇਹ ਤਾਂ ਚੋਰ ਆ, ਇਹ ਡਾਕੂ ਆ। ਆਪਣੇ ਵੀ ਰਿਸ਼ਤੇਦਾਰ ਬਹੁਤ ਕੁਝ ਬੋਲਦੇ ਨੇ, ਆਪਾਂ ਨੂੰ ਬਹੁਤ ਕੁਝ ਸੁਣਨਾ ਪੈਂਦਾ ਆ ਹੈ ਨਾ, ਬਹੁਤ ਕੁਝ ਆਪਾਂ ਨੂੰ ਸੁਣਨਾ ਪੈਂਦਾ ਆ। ਪਰ ਕਈ ਵਾਰੀ ਆਪਾਂ ਧਿਆਨ ਕਰੀਏ ਇਸ ਚੀਜ਼ ਨੂੰ ਕਿ ਆਪਾਂ ਨੂੰ ਆਪਣੇ ਕੰਨ ਬੰਦ ਕਰਨੇ ਪੈਂਦੇ ਨੇ ਹੈ। ਆਪਾਂ ਆਪਣੀਆਂ ਅੱਖਾਂ ਨਾ ਤਾਂ ਰਿਸ਼ਤੇਦਾਰਾਂ ਤੇ ਲਾਉਣੀਆਂ ਨੇ, ਨਾ ਆਪਣੀਆਂ ਪ੍ਰੋਬਲਮਾਂ ਤੇ ਲਾਉਣੀਆਂ ਨੇ, ਆਪਣੀਆਂ ਅੱਖਾਂ ਪਰਮੇਸ਼ਰ ਯਿਸੂ ਮਸੀਹ ਜੀ ਤੇ ਲੱਗਣੀਆਂ ਚਾਹੀਦੀਆਂ ਨੇ, ਜਿਹੜਾ ਕਿ ਆਪਾਂ ਨੂੰ ਕਹਿ ਰਿਹਾ ਕਿ ਅੱਜ ਮੈਂ ਤੁਹਾਡੇ ਨਾਲ, ਤੁਹਾਡੇ ਘਰੇ ਤੁਹਾਡੇ ਨਾਲ ਬੈਠ ਕੇ ਭੋਜ ਕਰਾਂਗਾ। ਆਮੇਨ, ਹਾਲੇਲੂਇਆ। ਆਪਣੀਆਂ ਅੱਖਾਂ ਪਰਮੇਸ਼ਰ ਯਿਸੂ ਮਸੀਹ ਜੀ ਤੇ ਲੱਗਣੀਆਂ ਚਾਹੀਦੀਆਂ ਨੇ। ਲੋਕਾਂ ਦੀ ਨਾ ਆਪਾਂ ਸੁਣਨੀ ਆ, ਨਾ ਹੀ ਉਹਨਾਂ ਨੂੰ ਕੁਝ ਕਹਿਣਾ ਆ। ਸਿੱਧਾ ਆਪਣਾ ਕਨੈਕਸ਼ਨ ਆ ਜਿਹੜਾ ਉਹ ਪਰਮੇਸ਼ਰ ਯਿਸੂ ਮਸੀਹ ਜੀ ਦੇ ਨਾਲ ਹੋਣਾ ਚਾਹੀਦਾ ਆ। ਹਾਲੇਲੂਇਆ। ਤੇ 8ਵੀਂ ਵਰਸ ਆਪਾਂ ਦੇਖਦੇ ਹੈਗੇ ਆ। 8ਵੀਂ ਵਰਸ ਦੇ ਵਿੱਚ ਕੀ ਲਿਖਿਆ ਹੈਗਾ ਆ? ਪਰ ਜਕਈ ਖੜਾ ਹੋਇਆ ਅਤੇ ਉਸਨੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦਿੰਦਾ ਹਾਂ। ਜੇਕਰ ਮੈਂ ਬੇਇਨਸਾਫੀ ਕਰਕੇ ਕਿਸੇ ਕੋਲੋਂ ਕੁਝ ਲਿਆ ਹੈ
ਤਾਂ ਮੈਂ ਉਸ ਨੂੰ 4 ਗੁਣਾ ਮੋੜ ਦਿੰਦਾ ਹਾਂ। ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਇਹ ਬੰਦਾ ਪੂਰੀ ਤਰ੍ਹਾਂ ਬਦਲ ਗਿਆ। ਹਾਲੇਲੂਇਆ। ਆਪਣਾ ਜਿਹੜਾ ਪਹਿਲਾ ਪੁਆਇੰਟ ਸੀਗਾ ਕਿ ਜਿਹੜੀ ਕਨਵਰਜਨ, ਆਪਣਾ ਪਹਿਲਾ ਪੁਆਇੰਟ ਸੀਗਾ ਸਡਨ ਕਨਵਰਜਨ, ਕਿ ਇੱਕਦਮ ਕਿੱਦਾਂ ਬੰਦਾ ਪਰਮੇਸ਼ਵਰ ਦੇ ਵਿੱਚ ਆ ਸਕਦਾ ਆ ਕਿਉਂਕਿ ਪਰਮੇਸ਼ਵਰ ਕੁਝ ਵੀ ਕਰ ਸਕਦਾ ਆ। ਦੂਜਾ ਪੁਆਇੰਟ ਜਿਹੜਾ ਆਪਣਾ ਹੈਗਾ ਆ ਉਹ ਹੈਗਾ ਆ ਅ ਕਨਵਰਜਨ ਆਫ ਅ ਅਨਲਾਈਕਲੀ ਪਰਸਨ। ਉਹੋ ਜਿਹਾ ਬੰਦਾ ਬਦਲਿਆ ਜਿਹਦੀ ਆਪਾਂ ਨੂੰ ਉਮੀਦ ਨਹੀਂ ਸੀਗੀ। ਉਹੋ ਜਿਹੇ ਬੰਦੇ ਵੀ ਬਦਲ ਸਕਦੇ ਨੇ ਜਿਨ੍ਹਾਂ ਦੀ ਆਪਾਂ ਨੂੰ ਉਮੀਦ ਨਹੀਂ ਗੀ। ਜਿਹੜੇ ਲੋਕ ਜਿੱਦਾਂ ਜ਼ਕਈ ਦੀ ਗੱਲ ਹੈਗੀ, ਉਹ ਜ਼ਕਈ ਤੋਂ ਲੋਕ ਡਰਦੇ ਸੀਗੇ। ਉਹ ਇੰਨਾ ਧੋਖੇਬਾਜ਼ ਬੰਦਾ ਸੀਗਾ, ਹਨਾ, ਤੇ ਕਿੱਦਾਂ ਕਰਕੇ ਉਹ ਲੋਕਾਂ ਨੂੰ ਲੁੱਟਦਾ ਸੀਗਾ। ਲੋਕ ਕਿੰਨਾ ਉਹ ਤੋਂ ਡਰਦੇ ਸੀਗੇ। ਪਰ ਉਹ ਜਿਹੜਾ ਉਹ ਜ਼ਕਈ, ਕਿਉਂਕਿ ਉਹ ਬਹੁਤ ਪੈਸੇ ਵਾਲਾ ਸੀਗਾ, ਉਹਦੇ ਕੋਲੇ ਸਭ ਕੁਝ ਸੀਗਾ, ਸ਼ਾਇਦ ਉਹਦੇ ਕੋਲੇ ਸਭ ਕੁਝ ਸੀਗਾ, ਪਰ ਫਿਰ ਵੀ ਉਹਦੇ ਅੰਦਰ ਇੱਕ ਖਾਲੀਪਨ ਸੀਗਾ। ਸ਼ਾਇਦ ਉਸੇ ਖਾਲੀਪਨ ਕਰਕੇ ਉਹ ਪਰਮੇਸ਼ਰ ਨੂੰ ਲੱਭਦਾ ਫਿਰਦਾ ਸੀ। ਸ਼ਾਇਦ ਤਾਂ ਹੀ ਉਹਨੇ ਪਰਮੇਸ਼ਰ ਨੂੰ ਦੇਖਣਾ ਚਾਹਿਆ। ਸ਼ਾਇਦ ਤਾਂ ਹੀ ਉਹਨੇ ਪਰਮੇਸ਼ਰ ਦਾ ਨਾਮ ਸੁਣਿਆ ਕਿ ਪਰਮੇਸ਼ਰ ਕੀ ਕੁਛ ਕਰਦਾ ਆ, ਵੀ ਸ਼ਾਇਦ ਮੈਨੂੰ ਵੀ ਆਹ ਜਿਹੜਾ ਮੇਰਾ ਖਾਲੀਪਨ ਆ ਸ਼ਾਇਦ ਪਰਮੇਸ਼ਰ ਪੂਰਾ ਕਰ ਦੇਵੇ। ਉੱਥੇ ਉਹਦੀ ਭੁੱਖ ਤੇ ਪਿਆਸ ਆਪਾਂ ਕਿੱਦਾਂ ਦੇਖੀ, ਜਦੋਂ ਉਹ ਭੀੜ 'ਚ ਖੜਾ ਸੀ, ਪਿੱਛੋਂ ਦੀ ਛਾਲਾਂ ਮਾਰ ਰਿਹਾ ਸੀ ਕਿਉਂਕਿ ਛੋਟਾ ਸੀ, ਦੇਖਣਾ ਚਾਹ ਰਿਹਾ ਸੀ ਪਰਮੇਸ਼ਰ ਨੂੰ। ਹੋ ਸਕਦਾ ਉਹ ਕਹਿ ਦਿੰਦਾ ਪਤਾ ਕੀ ਹੈ, ਚਲੋ ਰਹਿਣ ਦੋ, ਨਹੀਂ ਹੋਇਆ, ਨਹੀਂ ਦਿਸਿਆ, ਮੈਂ ਕੋਸ਼ਿਸ਼ ਕੀਤੀ, ਮੈਂ ਆਇਆ ਭੀੜ 'ਚ, ਮੈਨੂੰ ਨਹੀਂ ਦਿਸਿਆ, ਹੁਣ ਮੈਂ ਕੀ ਕਰਾਂ, ਹੋਰ ਬਥੇਰੇ ਕੰਮ ਨੇ ਕਰਨ ਵਾਲੇ। ਉਹ ਚਲਿਆ ਜਾਂਦਾ, ਹੈ ਨਾ, ਹੋ ਸਕਦਾ ਸੀ ਛੱਡ ਕੇ ਚਲਿਆ ਜਾਂਦਾ। ਪਰ ਉਹਦੀ ਡਿਟਰਮੀਨੇਸ਼ਨ ਦੇਖੋ, ਉਹ ਕਹਿੰਦਾ ਨਹੀਂ, ਮੈਂ ਦੇਖਣਾ ਹੀ ਦੇਖਣਾ ਆ, ਮੈਂ ਰੁਕੂੰਗਾ, ਮੈਂ ਕੀ ਕਰੂੰਗਾ, ਮੈਂ ਪੇੜ ਤੇ ਚੜ ਕੇ ਦੇਖੂੰਗਾ। ਇਹ ਉਹਦੀ ਡਿਟਰਮੀਨੇਸ਼ਨ, ਉਹਦਾ ਜਿਹੜਾ ਖਾਲੀਪਨ ਸੀਗਾ, ਉਹ ਹਰ ਹਾਲਤ ਦੇ ਵਿੱਚ ਕੁਝ ਸੋਲੂਸ਼ਨ ਚਾਹੁੰਦਾ ਸੀਗਾ ਕਿ ਮੇਰਾ ਖਾਲੀਪਨ, ਦੁਨੀਆ ਦੇ ਵਿੱਚ ਸਭ ਕੁਝ ਮਿਲ ਸਕਦਾ ਆ, ਪਰ ਜਿਹੜੀਆਂ ਅੰਦਰੂਨੀ ਚੀਜ਼ਾਂ ਨੇ ਨਾ, ਜਿਨ੍ਹਾਂ ਦੀ ਆਪਾਂ ਨੂੰ ਜ਼ਰੂਰਤ ਆ, ਉਹਨੂੰ ਸਿਰਫ ਪਰਮੇਸ਼ਵਰ ਯਿਸੂ ਮਸੀਹ ਜੀ ਹੀ ਪੂਰਾ ਕਰ ਸਕਦੇ ਨੇ। ਆਮੇਨ, ਹਾਲੇਲੂਇਆ। ਆਪਾਂ ਕਿਤੇ ਵੀ ਚਲੇ ਜਾਈਏ, ਆਪਾਂ ਨੂੰ ਇਹ ਖਾਲੀਪਨ ਜਿਹੜਾ ਆ ਆਪਣਾ ਕਿਤੇ ਨਹੀਂ ਭਰ ਸਕਦਾ। ਪਰਮੇਸ਼ਵਰ ਯਿਸੂ ਮਸੀਹ ਜੀ ਨੇ ਸਿਰਫ ਤੇ ਸਿਰਫ ਜਿਹੜਾ ਆਪਣਾ ਇਹ ਖਾਲੀਪਨ ਪੂਰਾ ਕਰ ਸਕਦੇ ਨੇ, ਕਿਉਂਕਿ ਪਰਮੇਸ਼ਵਰ ਯਿਸੂ ਮਸੀਹ ਜੀ ਦਿਲ ਬਦਲਣ ਆਏ ਨੇ, ਧਰਮ ਪਰਿਵਰਤਨ ਕਰਨ ਨਹੀਂ ਆਏ, ਆਪਣਾ ਦਿਲ ਬਦਲਦੇ ਨੇ ਪਿਤਾ ਪਰਮੇਸ਼ਵਰ ਯਿਸੂ ਮਸੀਹ ਜੀ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਪਰ ਜਦੋਂ ਉਹਦਾ ਖਾਲੀਪਨ ਜਿਹੜਾ ਸੀਗਾ ਉਹ ਕਿਤੋਂ ਹੋਰ ਨਹੀਂ ਭਰਿਆ, ਤੇ ਉਹ ਇੱਕ ਚੀਜ਼ ਜਿਹੜੀ ਉਹਨੂੰ ਲੋੜੀਂਦੀ ਸੀਗੀ, ਉਹ ਸਿਰਫ ਉਹਨੂੰ ਉਦੋਂ ਆ ਕੇ ਮਿਲੀ ਜਦੋਂ ਪਰਮੇਸ਼ਰ ਯਿਸੂ ਮਸੀਹ ਜੀ ਨੇ ਉਹਨੂੰ ਹਾਕ ਮਾਰੀ ਤੇ ਕਿਹਾ, ਜ਼ਕਈ ਤੂੰ ਆ ਮੇਰੇ ਕੋਲੇ, ਆ ਥੱਲੇ ਆ, ਤੇ ਮੈਂ ਤੇਰੇ ਘਰੇ ਜਾ ਕੇ ਅੱਜ ਤੇਰੇ ਨਾਲ ਭੋਜ ਕਰੂੰਗਾ। ਉਸ ਵੇਲੇ ਜਿਹੜੀ ਉਹਨੂੰ ਬਰਕਤ ਮਿਲੀ, ਉਹਦਾ ਦਿਲ ਬਿਲਕੁਲ ਚੇਂਜ ਹੋ ਗਿਆ, ਬਦਲ ਗਿਆ ਉਹ ਬੰਦਾ, ਤੇ ਉਦੋਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਲੋੜੀਂਦੀਆਂ ਸੀਗੀਆਂ ਉਸ ਨੂੰ ਉਦੋਂ ਮਿਲੀਆਂ, ਹੈ ਨਾ। ਕਿਸੇ ਨੇ ਕਿਹਾ ਹੈ, when this small man met the big God, he got the blessings of his life. ਮੈਂ ਹਾਲੇਲੂਇਆ। ਉਹਨੂੰ ਉਹ ਜੀ ਬਰਕਤ ਮਿਲੀ ਹੈ, ਛੋਟੇ ਜਿਹੇ ਬੰਦਾ ਵਾ ਜਿਹੜਾ, ਉਹਨੂੰ ਵੱਡਾ ਰੱਬ ਮਿਲਿਆ। ਮੈਂ ਹਾਲੇਲੂਇਆ। ਤੇ ਜਦੋਂ ਪਰਮੇਸ਼ਵਰ ਦੇ ਨਾਲ ਆਪਣਾ ਇਨਕਾਊਂਟਰ ਹੁੰਦਾ ਹੈ, ਉਦੋਂ ਆਪਾਂ ਨੂੰ ਸਭ ਕੁਝ ਮਿਲ ਜਾਂਦਾ ਹੈ, ਜਿਸ ਚੀਜ਼ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਆ। ਅੱਜ ਦੁਨੀਆ ਦੇ ਵਿੱਚ ਵੀ ਲੋਕਾਂ ਕੋਲੇ ਸਭ ਕੁਝ ਹੋ ਸਕਦਾ ਹੈ, ਬਹੁਤ ਵੱਡੇ ਪੈਸੇ ਵਾਲੇ ਲੋਕ ਨੇ, ਬਹੁਤ ਇੰਡੀਆ ਦੇ ਵਿੱਚ ਜੋ ਕੁਝ ਹੋ ਰਿਹਾ ਆ, ਉਹ ਲੋਕ ਨੇ ਜਿਹੜੇ ਜਿੱਦਾਂ ਕਹਿ ਲਓ ਵੀ ਉਹਨਾਂ ਨੂੰ ਇਸ ਵੇਲੇ ਕੋਈ ਹੋਰ ਕੰਮ ਹੀ ਨਹੀਂਗਾ, ਉਹ ਕੀ ਕਰਦੇ ਫਿਰ ਰਹੇ ਨੇ, ਉਹਨਾਂ ਨੂੰ ਦਿਲ ਦੀ ਸ਼ਾਂਤੀ ਚਾਹੀਦੀ ਆ ਇਸ ਵੇਲੇ। ਉਹਨਾਂ ਨੂੰ ਦੂਜਿਆਂ ਤੇ ਤੁਹਮਤਾਂ ਲਾ ਰਹੇ ਨੇ, ਆ ਕਿਉਂ ਹੋ ਰਿਹਾ, ਆ ਕੀ ਨਹੀਂ ਹੋ ਰਿਹਾ। ਉਹ ਜਿਹੜੀ ਸ਼ਾਂਤੀ ਆ, ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕਰ ਰਹੇ ਸੀ, ਉਹ ਸਿਰਫ ਪਰਮੇਸ਼ਰ ਯਿਸੂ ਮਸੀਹ ਜੀ ਉਹਨਾਂ ਨੂੰ ਦੇ ਸਕਦੇ ਨੇ। ਤੇ ਜੇ ਉਹ ਅੱਖਾਂ ਖੋਲ ਕੇ ਆਪਣੀਆਂ ਪਰਮੇਸ਼ਰ ਵੱਲ ਨੂੰ ਦੇਖਣ ਤੇ ਕਹਿਣ, ਕੌਣ ਆ ਤੂੰ ਪਰਮੇਸ਼ਵਰ, ਹੈ, ਤੇ ਪਰਮੇਸ਼ਵਰ ਉਹਨਾਂ ਨੂੰ ਬਰਕਤ ਦਊਗਾ। ਤੇ ਜੇ ਉਹ ਚਾਹਣ ਐਕਚੁਅਲੀ ਪਰਮੇਸ਼ਵਰ ਨੂੰ ਜਾਣਨਾ, ਜ਼ਕਈ ਵਾਂਗੂ ਕੁਛ ਵੀ ਯਤਨ ਕਰਨ ਤੇ ਕਹਿਣ, ਪਰਮੇਸ਼ਰ ਮੈਂ ਤੈਨੂੰ ਦੇਖਣਾ ਹੀ ਦੇਖਣਾ ਆ, ਤੇ ਉਹ ਪਰਮੇਸ਼ਰ ਉਹਨਾਂ ਨੂੰ ਛੂ ਸਕਦਾ। ਉਹ ਲੇਡੀ ਜਿਹਦਾ 12 ਸਾਲਾਂ ਤੋਂ ਲਹੂ ਦੀ ਬਿਮਾਰੀ ਸੀਗੀ, ਉਹ ਕਿੰਨੀ ਵੱਡੀ ਭੀੜ ਦੇ ਵਿੱਚ, ਇੰਨੀ ਵੱਡੀ ਭੀੜ ਦੇ ਵਿੱਚ ਉਹ ਥੱਲੋਂ ਦੀ ਹੋ ਕੇ ਜਾਂਦੀ ਆ, ਉਹ ਵੀ ਉੱਥੇ ਖੜੀ ਰਹਿ ਸਕਦੀ ਸੀ ਵੀ ਹਾਏ ਵੀ ਮੈਂ ਜਨਾਨੀ ਹੋ ਕੇ ਮੈਂ ਕਿੱਥੋਂ ਥੱਲੇ ਰੇਂਗਦੀ ਜਾਊਂਗੀ ਇੰਨੀ ਵੱਡੀ ਭੀੜ ਦੇ ਵਿੱਚ। ਦੇਖੋ ਸ਼ਰਮ ਦੀ ਗੱਲ ਹੀ ਆ, ਵੀ ਉਹਨਾਂ ਦਿਨਾਂ 'ਚ ਤਾਂ ਵੈਸੇ ਵੀ ਲੇਡੀਜ਼ ਨੂੰ ਸ਼ਾਇਦ ਉਨੀ ਅਲਾਓ ਨਾ ਕਰਦੇ ਹੋਣ। ਕਿੰਨਾ ਭੀੜ ਦੇ ਵਿੱਚ ਵੀ ਥੱਲੋਂ ਦੀ ਹੁੰਦੀ ਗਈ ਕਿ ਮੈਂ ਇੱਕ ਵਾਰੀ ਜੇ ਪਰਮੇਸ਼ਰ ਯਿਸੂ ਮਸੀਹ ਜੀ ਦਾ ਪੱਲਾ ਛੂ ਲੂੰਗੀ, ਇੱਕ ਕੋਰਨਰ ਉਹਦਾ ਛੂ ਲੂੰਗੀ,
ਤਾਂ ਮੈਂ ਸ਼ਿਫਾ ਪਾਉਂਗੀ, ਮੈਨੂੰ ਬਰਕਤ ਮਿਲੂਗੀ। ਮੈਂ ਹਾਲੇਲੂਇਆ। ਉਹ ਲੋਕ ਵੀ ਜੇ ਇਹ ਕਹਿਣ, ਜੇ ਆਪਾਂ ਵੀ ਇਹ ਕਹੀਏ ਤਾਂ ਉੱਥੇ ਬਰਕਤ ਮਿਲਣੀ ਆ ਆਪਾਂ ਨੂੰ, ਆਪਣੀ ਡਿਟਰਮੀਨੇਸ਼ਨ ਤੇ ਆਪਾਂ ਨੂੰ ਬਰਕਤ ਮਿਲਣੀ ਆ। ਜੇ ਆਪਾਂ ਠਾਣ ਲਾਂਗੇ ਕੋਈ ਚੀਜ਼, ਉਦੋਂ ਆਪਾਂ ਨੂੰ ਬਰਕਤ ਮਿਲਣੀ ਆ। ਮੈਂ ਹਾਲੇਲੂਇਆ। ਜਦੋਂ ਆਪਾਂ ਨੂੰ ਥੋੜਾ ਚਿਰ ਨਹੀਂ ਮਿਲ ਰਿਹਾ, ਪਰ ਢਿੱਲੇ ਨਾ ਪਈਏ, ਲੱਗੇ ਰਹੀਏ, ਲੱਗੇ ਰਹੀਏ, ਲੱਗੇ ਰਹੀਏ, ਖੜੇ ਰਹੀਏ, ਅੜੇ ਰਹੀਏ ਪਰਮੇਸ਼ਰ ਯਿਸੂ ਮਸੀਹ ਜੀ ਦੇ ਵਿੱਚ, ਤੇ ਆਪਾਂ ਨੂੰ ਉੱਥੇ ਬਰਕਤ ਮਿਲਣੀ ਹੈ। ਆਮੇਨ, ਹਾਲੇਲੂਇਆ, ਹਾਲੇਲੂਇਆ। ਤੇ ਜਿੱਦਾਂ ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਬਲੈਸਡ ਆਰ ਦੋਜ਼ ਹੂ ਆਰ ਹੰਗਰੀ ਐਂਡ ਥਰਸਟੀ ਫॉर ਰਾਈਚੀਅਸਨੈਸ because they will be satisfied। ਆ ਸਾਰੀ ਦੁਨੀਆ ਜਿਨ੍ਹਾਂ ਦੇ ਜਿਹੜੇ ਲੱਭਦੇ ਫਿਰ ਰਹੇ ਨੇ ਸ਼ਾਂਤੀ ਨੂੰ, ਦਿਲ ਦੀ ਸ਼ਾਂਤੀ ਨੂੰ ਲੱਭਦੇ ਫਿਰ ਰਹੇ ਨੇ, ਇਹਨਾਂ ਨੂੰ ਸ਼ਾਂਤੀ ਉੱਥੇ ਹੀ ਮਿਲੂਗੀ, ਸੈਟਿਸਫੈਕਸ਼ਨ ਉੱਥੇ ਹੀ ਮਿਲੂਗੀ ਜਦੋਂ ਇਹ ਭੁੱਖੇ ਪਿਆਸੇ ਹੋ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਗੇ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਵਰ ਦੀ ਜਿਹੜੀ ਗ੍ਰੇਸ ਤੇ ਮਰਸੀ ਆ, ਉਹ ਹਰ ਬੰਦੇ ਤੱਕ ਪਹੁੰਚ ਸਕਦੀ ਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। No one is beyond his mercy and grace। ਹਾਲੇਲੂਇਆ। ਉਹਦੀ ਕਿਰਪਾ ਵਾ ਜਿਹੜੀ, ਉਹ ਸਭ ਦੇ ਲਈ ਆ। ਪਰਮੇਸ਼ਵਰ ਸਭ ਕੁਝ ਕਰ ਸਕਦਾ ਹੈ। ਆਮੇਨ, ਹਾਲੇਲੂਇਆ। ਆਪਾਂ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦਾ। ਇਸ ਦੇ ਨਾਲ ਆਪਾਂ ਛੇਤੀ ਹੋਈ ਖਤਮ ਕਰਾਂਗੇ, ਬਹੁਤਾ ਲੰਬਾ ਮੈਸੇਜ ਨਹੀਂ ਗਾ। ਤੇ ਇਸ ਦੇ ਨਾਲ ਆਪਾਂ ਥਰਡ ਪੁਆਇੰਟ ਦੇਖਦੇ ਹਾਂ, ਜਿਹੜਾ ਆਪਣਾ ਅੱਜ ਦਾ ਅਖੀਰਲਾ ਪੁਆਇੰਟ ਹੈਗਾ ਆ। ਉਹ ਹੈਗਾ ਆ, ਪਹਿਲਾ ਪੁਆਇੰਟ ਸੀਗਾ ਹਿਸ ਕਨਵਰਜਨ ਵਾਸ ਸਡਨ, ਕਿ ਇੱਕਦਮ ਉਹਨੇ ਪਰਮੇਸ਼ਰ ਯਿਸੂ ਮਸੀਹ ਜੀ ਨੇ ਇੱਕਦਮ ਉਹ ਕਨਵਰਜਨ ਉਹਨੂੰ ਮਿਲੀ। ਤੇ ਦੂਸਰਾ ਸੀਗਾ ਹੀ ਵਾਸ ਅ ਅਨਲਾਈਕਲੀ ਪਰਸਨ, ਕਿ ਉਹ ਏਦਾਂ ਦਾ ਬੰਦਾ ਲੱਗਦਾ ਸੀਗਾ ਕਿ ਜਿਹੜਾ ਕਦੇ ਵੀ ਪਰਮੇਸ਼ਰ ਦੇ ਵਿੱਚ ਨਹੀਂ ਆ ਸਕਦਾ। ਤੀਜੀ ਜਿਹੜੀ ਚੀਜ਼ ਸੀਗੀ ਕਿ ਉਹਦੀ ਕਨਵਰਜਨ ਵਾਸ ਕੰਪਲੀਟ, ਪੂਰੀ ਤਰ੍ਹਾਂ ਦੇ ਨਾਲ ਉਹ ਬੰਦਾ ਬਦਲ ਗਿਆ, ਪੂਰੀ ਤਰ੍ਹਾਂ ਦੇ ਨਾਲ ਬੰਦਾ ਬਦਲ ਗਿਆ। ਹਾਂਜੀ, ਉਹ ਗਾਉਂਦਾ ਫਿਰ ਰਿਹਾ ਹੋਣਾ ਆ, ਕੀ ਗਾ ਰਿਹਾ ਹੋਣਾ ਆ? ਬਦਲ ਗਿਆ, ਬਦਲ ਗਿਆ, ਮੇਰਾ ਸਾਰਾ ਜੀਵਨ ਬਦਲ ਗਿਆ। ਆਮੇਨ, ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਕੀ ਆਪਾਂ ਆਹ ਗਾ ਸਕਦੇ ਆ, ਅੱਜ ਕਹਿ ਸਕਦੇ ਆ ਆਪਾਂ ਪਰਮੇਸ਼ਰ ਨੂੰ, ਪਰਮੇਸ਼ਰ ਬਦਲ ਗਿਆ, ਮੇਰਾ ਸਾਰਾ ਜੀਵਨ ਬਦਲ ਗਿਆ, ਹੁਣ ਤਾਂ ਬਸ ਬਦਲ ਗਿਆ ਮੇਰਾ ਸਾਰਾ ਜੀਵਨ। ਕਿਉਂ? ਕਿਉਂਕਿ ਤੂੰ ਮੇਰੇ ਅੰਦਰ ਰਹਿਣਾ ਆ। ਮੈਂ ਜਿੱਧਰ ਨੂੰ ਜਾਣਾ ਆ, ਤੂੰ ਮੇਰੇ ਨਾਲ ਜਾਣਾ ਆ। ਮੈਂ ਜਿੱਧਰ ਨੂੰ ਉੱਠਦਾ ਆ, ਤੂੰ ਮੇਰੇ ਨਾਲ ਉੱਠਦਾ ਆ। ਮੈਂ ਜਿੱਧਰ ਬਹਿਣਾ ਆ, ਤੂੰ ਮੇਰੇ ਨਾਲ ਬਹਿਣਾ ਆ। ਜਦੋਂ ਮੈਂ ਬੋਲਦਾ ਆ, ਤੂੰ ਮੇਰੇ ਵਿੱਚ ਦੀ ਬੋਲਦਾ ਆ। ਦੁਨੀਆ, ਆਪਾਂ ਤਾਂ ਇਹ ਕਹਿ ਸਕਦੇ ਆ ਤੂੰ ਮੇਰੇ ਵਿੱਚ ਦੀ ਬੋਲਦਾ ਆ, ਪਰ ਸੁਣਨ ਵਾਲੇ ਇਹ ਕਹਿ ਸਕਦੇ ਨੇ ਕਿ ਤੂੰ ਮੇਰੇ ਵਿੱਚ ਦੀ ਬੋਲਦਾ ਆ। ਸੁਣਨ ਵਾਲਿਆਂ ਨੂੰ ਪਰਮੇਸ਼ਰ ਦੀ ਮਿੱਠੀ ਬਾਣੀ ਸੁਣਦੀ ਆ ਆਪਣੇ ਵਿੱਚ ਦੀ, ਕਿ ਕੁਝ ਹੋਰ ਹੀ ਸੁਣਦਾ ਆ, ਹੈਨਾ। ਸੋ ਧਿਆਨ ਕਰੀਏ ਕਿ ਜਦੋਂ ਆਪਾਂ ਬੋਲਦੇ, ਕਰਦੇ, ਉੱਠਦੇ, ਬੈਠਦੇ ਆ, ਆਪਾਂ ਨਹੀਂਗੇ ਹੁਣ ਪਰਮੇਸ਼ਰ ਯਿਸੂ ਮਸੀਹ ਆਪਣੇ ਅੰਦਰ, ਹੈਨਾ। ਲੋਕ ਆਪਣੇ ਵੱਲ ਨਹੀਂ ਹੁਣ ਉਂਗਲੀ ਕਰ ਰਹੇ, ਯਿਸੂ ਮਸੀਹ ਵੱਲ ਕਰ ਰਹੇ ਨੇ। ਸੋ ਟੈਸਟਮਨੀ ਦਾ ਬਹੁਤ ਧਿਆਨ ਰੱਖੀਏ, ਹਰ ਵੇਲੇ ਕੀ ਕਰਨਾ, ਬੋਲਣਾ, ਸੁਣਨਾ ਬਹੁਤ ਧਿਆਨ ਨਾਲ, ਕਿਉਂਕਿ ਪਰਮੇਸ਼ਰ, ਲੋਕ ਦੂਜੀ ਵਾਰੀ ਨਹੀਂ ਸੋਚਦੇ ਬੋਲਣ ਲੱਗੇ, ਤੂੰ ਤਾਂ ਯਿਸੂ ਮਸੀਹ ਨੂੰ ਮੰਨਦਾ ਆ, ਤੂੰ ਆਏ ਬੋਲਦਾ ਆ, ਤੂੰ ਤਾਂ ਯਿਸੂ ਮਸੀਹ ਜੀ ਨੂੰ ਮੰਨਦਾ ਆ, ਤੂੰ ਆਹ ਕਰਦਾ ਆ, ਭਾਵੇਂ ਉਹ ਆਪ ਜਾਣਦੇ ਵੀ ਨਹੀਂ ਯਿਸੂ ਮਸੀਹ ਜੀ ਨੂੰ, ਹੈਨਾ। ਪਰ ਆਪਾਂ ਧਿਆਨ ਜਾਣਨਗੇ, ਪਰ ਆਪਾਂ ਫਿਰ ਵੀ ਇਹ ਧਿਆਨ ਦੇ ਨਾਲ ਆਪਣੀ ਟੈਸਟੀਮਨੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਣਾ ਕੇ ਰੱਖੀਏ ਪਰਮੇਸ਼ਰ ਦੇ ਅੱਗੇ। ਹਾਲੇਲੂਇਆ। ਹਾਂਜੀ, ਹੁਣ ਆਪਣੀ 8ਵੀਂ ਵਰਸ ਜਿਹੜੀ ਸੀਗੀ, ਹਾਂਜੀ 8ਵੀਂ ਵਰਸ ਇੱਕ ਵਾਰੀ ਫਿਰ ਪੜ੍ਹਦੀ ਪਲੀਜ਼। ਪਰ ਜ਼ਕਈ ਖੜਾ ਹੋਇਆ ਤੇ ਉਸਨੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦਿੰਦਾ ਹਾਂ। ਜੇਕਰ ਮੈਂ ਬੇਇਨਸਾਫੀ ਕਰਕੇ ਕਿਸੇ ਕੋਲੋਂ ਕੁਝ ਲਿਆ ਹੈ ਤਾਂ ਮੈਂ ਉਸ ਨੂੰ 4 ਗੁਣਾ ਮੋੜ ਦਿੰਦਾ। ਹਾਲੇਲੂਇਆ। ਕਹਿੰਦਾ ਚੱਕ ਲੋ ਸਾਰਾ ਕੁਝ, ਹੁਣ ਇਹ ਸਭ ਕੁਝ ਦਾ ਕੋਈ ਫਾਇਦਾ ਨਹੀਂਗਾ। ਚੱਕ ਲੋ ਸਾਰਾ ਪੈਸਾ, ਚੱਕ ਲੋ, ਮੇਰਾ ਕੁਝ ਨਹੀਂ ਚਾਹੀਦਾ ਮੈਨੂੰ। ਇਹ ਸਭ ਕੁਝ ਤਾਂ ਹੁਣ ਗਾਰਬੇਜ ਆ, ਇਹ ਸਭ ਕੁਝ ਤਾਂ ਹੁਣ ਕੂੜਾ ਆ, ਜਿਵੇਂ ਪੌਲੂਸ ਕਹਿੰਦਾ ਸੀ। ਇਹ ਸਭ ਕੁਝ ਕਹਿੰਦਾ ਹੁਣ ਮੈਨੂੰ ਅਸਲੀ ਖਜ਼ਾਨਾ ਆ ਜਿਹੜਾ, ਉਹ ਤਾਂ ਮੈਨੂੰ ਹੁਣ ਮਿਲਿਆ ਆ। ਅਸਲੀ ਖਜ਼ਾਨਾ ਤਾਂ ਪਰਮੇਸ਼ਵਰ ਆ, ਅਸਲੀ ਖਜ਼ਾਨਾ ਮੈਨੂੰ ਹੁਣ ਮਿਲਿਆ ਆ। ਉਹ ਸਭ ਕੁਝ ਦੇ ਪਿੱਛੇ ਜਿਹਦੇ ਤੇ ਮੈਂ ਆਪਣੀ ਸਾਰੀ ਜ਼ਿੰਦਗੀ ਲਾਤੀ, ਸਾਰੀ ਜ਼ਿੰਦਗੀ ਮੈਂ ਭੱਜਦਾ ਰਿਹਾ ਉਸ ਚੀਜ਼ ਦੇ ਪਿੱਛੇ, ਉਹਦੀ ਤਾਂ ਕੋਈ ਕੀਮਤ ਹੀ ਨਹੀਂ ਗੀ। ਪਰ ਜੋ ਚੀਜ਼ ਮੈਨੂੰ ਹੁਣ ਮਿਲੀ ਆ, ਉਹ ਅਸਲੀ ਅਨਮੋਲ ਚੀਜ਼ ਆ। ਕਹਿੰਦਾ ਆ ਕਿ ਜੋ हे प्रभु, मैं हिंदी दी बाइबल हैगी है करके मैं बीच में हिंदी दी पढ़ रही हैगी है। हे प्रभु, देख मैं अपनी सारी संपत्ति का आधा गरीबों को दे दूंगा, है अद्धा मैं गरीबां नूं विच वंड दूंगा। एक बारी परमेश्वर ने नहीं उन्होंने कहा यह करन नूं, परमेश्वर ने नहीं कहा भी तू आए कर, हुण तू अद्धा आपदा समान जिहड़ा
ਪੈਸੇ ਆ ਜਿਹੜੇ ਤੂੰ ਲੁੱਟੇ ਨੇ ਉਹ ਤੂੰ ਗਰੀਬਾਂ 'ਚ ਵੰਡ ਦੇ, ਬਾਕੀ ਜਿਹੜੇ ਤੇ ਜਿਨ੍ਹਾਂ ਦੇ ਤੂੰ ਲੁੱਟੇ ਨੇ ਉਹਨਾਂ ਦੇ ਤੂੰ 4 ਗੁਣਾ ਕਰਕੇ ਮੋੜ ਦੇ। ਇਹ ਉਹਨੂੰ ਪਰਮੇਸ਼ਵਰ ਨੇ ਨਹੀਂ ਕਿਹਾ। ਜਦੋਂ ਪਰਮੇਸ਼ਵਰ ਯਿਸੂ ਮਸੀਹ ਜੀ ਆਪਣੇ ਅੰਦਰ ਆਉਂਦੇ ਨੇ, ਆਪਣਾ ਦਿਲ ਇਦਾਂ ਬਦਲ ਜਾਂਦਾ ਆ ਕਿ ਚੰਗਿਆਈ ਆਪਣੇ ਆਪ ਨਿਕਲਦੀ ਆ ਅੰਦਰੋਂ, ਮਾਫੀ ਆਪਣੇ ਆਪ ਨਿਕਲਦੀ ਆ ਅੰਦਰੋਂ, ਫੋਰਗਿਵਨੈਸ ਆਪਣੇ ਆਪ ਨਿਕਲਦੀ ਆ ਅੰਦਰੋਂ। ਪਰਮੇਸ਼ਵਰ ਨੂੰ ਆਪਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਹੈ, ਇਹ ਉਹਨੇ ਆਪੇ ਹੀ ਕਿਹਾ। ਪਰਮੇਸ਼ਵਰ ਮੈਂ ਗਰੀਬਾਂ ਨੂੰ ਅੱਧਾ ਆਪਣਾ ਜਿਹੜਾ ਵੀ ਕੁਝ ਮੇਰਾ ਪੈਸਾ ਆ ਮੈਂ ਗਰੀਬਾਂ ਨੂੰ ਉਹ ਸਾਰਾ ਕੁਝ ਦੇ ਦੂੰਗਾ, ਤੇ ਜਿਨ੍ਹਾਂ ਨੂੰ ਕਿਸੇ ਨੂੰ ਮੈਂ ਲੁੱਟਿਆ ਆ 4 ਗੁਣਾ ਉਹਨਾਂ ਦਾ ਮੈਂ ਮੋੜ ਦੂੰਗਾ ਹੈ। ਇਹ ਆਪਾਂ ਦੇਖ ਸਕਦੇ ਹਾਂ ਕਿ ਫੁੱਲ ਕਨਵਰਜਨ ਕੇ ਪੂਰੀ ਤਰ੍ਹਾਂ ਦੇ ਨਾਲ ਉਹ ਜਿਹੜਾ ਬੰਦਾ ਆ ਉਹ ਬਦਲ ਗਿਆ ਆ। ਉਹਨੂੰ ਹੁਣ ਪੈਸੇ ਦੀ ਉਹ ਕਦਰ ਨਹੀਂ ਗੀ, ਹੁਣ ਉਹਨੂੰ ਅਸਲੀ ਜਿਹੜੀ ਖਜ਼ਾਨਾ ਆ, ਅਸਲੀ ਜਿਹੜੀ ਚੀਜ਼ ਆ ਉਹਨੂੰ ਉਹ ਹੁਣ ਮਿਲੀ ਆ, ਕਿਉਂਕਿ ਹੁਣ ਪ੍ਰਭੂ ਯਿਸੂ ਤੋਂ ਵੱਧ ਕੇ ਉਹ ਕਹਿੰਦਾ ਹੋਰ ਕੋਈ ਖਜ਼ਾਨਾ ਨਹੀਂਗਾ। ਜੋ ਚੀਜ਼ ਮੈਨੂੰ ਹੁਣ ਮਿਲ ਗਈ ਆ ਉਸ ਨੂੰ ਮੈਂ ਕਦੇ ਵੀ ਨਹੀਂ ਛੱਡੂੰਗਾ। ਤੇ ਪਰਮੇਸ਼ਵਰ ਯਿਸੂ ਮਸੀਹ ਜੀ ਨੇ ਕੀ ਦੇਖਿਆ? ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਪੈਸੇ ਦੀ ਜ਼ਰੂਰਤ ਨਹੀਂਗੀ। ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਜਦੋਂ ਆਪਾਂ ਆਪਣਾ 10ਵਾਂ ਵੀ ਦਿੰਨੇ ਆ, ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਆਪਣੇ ਪੈਸੇ ਦੀ ਜ਼ਰੂਰਤ ਨਹੀਂਗੀ। ਪਰਮੇਸ਼ਵਰ ਯਿਸੂ ਮਸੀਹ ਜੀ ਦੇਖਦੇ ਨੇ ਕਿ ਆਪਾਂ ਕਿੰਨੇ ਕੁ ਵਫਾਦਾਰ ਆ, ਆਪਾਂ ਕਿੰਨੀ ਕੁ ਕਮਿਟਮੈਂਟ ਦੇ ਵਿੱਚ ਆ। ਪਰਮੇਸ਼ਵਰ ਯਿਸੂ ਮਸੀਹ ਜੀ ਨੇ ਜ਼ਕਈ ਦਾ ਦਿਲ ਦੇਖਿਆ ਹੈ, ਉਹਨੇ ਜੋ ਐਕਸ਼ਨ ਕੀਤਾ ਉਹਦੇ ਥਰੂ ਪਰਮੇਸ਼ਵਰ ਨੇ ਦੇਖਿਆ ਕਿ ਇਹ ਬੰਦਾ ਬਦਲ ਗਿਆ। ਆਮੇਨ, ਹਾਲੇਲੂਇਆ। ਜੋ ਆਪਾਂ ਐਕਸ਼ਨ ਕਰਦੇ ਆ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਉਸ ਦੇ ਥਰੂ ਹੀ ਪਰਮੇਸ਼ਵਰ ਦੇਖ ਲੈਂਦੇ ਨੇ ਜਾਂ ਦੂਸਰੇ ਲੋਕ ਦੇਖ ਲੈਂਦੇ ਨੇ ਕਿ ਇਹ ਬੰਦਾ ਬਦਲ ਗਿਆ ਹੈ ਨਾ। ਜਦੋਂ ਇਹ ਚੀਜ਼ਾਂ ਆਪਣੇ ਰਿਸ਼ਤੇਦਾਰਾਂ ਨੂੰ ਨਜ਼ਰ ਆਉਂਦੀਆਂ ਨੇ ਆਪਣੇ ਵਿੱਚ, ਤੇ ਉਹ ਰਿਸ਼ਤੇਦਾਰ ਪੁੱਛਦੇ ਨੇ, ਰਿਸ਼ਤੇਦਾਰਾਂ ਨੂੰ ਇਹ ਚੀਜ਼ਾਂ ਨਜ਼ਰ ਆਉਣੀਆਂ ਚਾਹੀਦੀਆਂ ਨੇ ਆਪਣੇ ਅੰਦਰ, ਪਿਆਰ ਐਕਸਟਰਾ ਨਜ਼ਰ ਆਉਣਾ ਚਾਹੀਦਾ ਆ। ਜਿੱਦਾਂ ਆਪਾਂ ਭਾਰ ਘਟਾ ਰਹੇ ਹੈਗੇ ਆ ਤਾਂ ਆਪਾਂ ਕਹਿ ਰਹੇ ਹੁਣ ਆਪਾਂ ਐਕਸਟਰਾ ਸਮਾਲ ਪਾਈਏ, ਮੀਡੀਅਮ ਤੋਂ ਸਮਾਲ ਹੋ ਜਾਈਏ ਤੇ ਐਕਸਟਰਾ ਸਮਾਲ ਹੋ ਜਾਈਏ, ਪਰ ਇਹ ਜਿਹੜਾ ਪਿਆਰ ਆ ਇਹ ਹੁਣ ਲਾਰਜ ਤੋਂ ਐਕਸਟਰਾ ਲਾਰਜ ਹੋ ਜਾਵੇ, ਐਕਸਟਰਾ ਲਾਰਜ ਹੋ ਜਾਣਾ ਚਾਹੀਦਾ ਆ। ਰਿਸ਼ਤੇਦਾਰਾਂ ਨੂੰ ਇਹ ਐਕਸਟਰਾ ਲਾਰਜ ਪਿਆਰ ਨਜ਼ਰ ਆਉਣਾ ਚਾਹੀਦਾ ਆਪਣੇ ਅੰਦਰ, ਐਕਸਟਰਾ ਲਾਰਜ ਮਾਫੀ ਨਜ਼ਰ ਆਉਣੀ ਚਾਹੀਦੀ ਆ ਆਪਣੇ ਅੰਦਰ, ਹੈ ਨਾ। ਕਿਉਂਕਿ ਜੇ ਉਹਨਾਂ ਨੂੰ ਨਜ਼ਰ ਹੀ ਨਹੀਂ ਆਊਗਾ ਤੇ ਉਹ ਚਰਚ ਨਹੀਂ ਆ ਰਹੇ, ਉਹ ਬਾਈਬਲ ਨਹੀਂ ਪੜ੍ਹ ਰਹੇ, ਫਿਰ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਸਾਡਾ ਪਰਮੇਸ਼ਰ ਕੀ ਆ, ਹੈ ਕੀ ਬਦਲਾਵ ਆ। ਮੁਸ਼ਕਿਲ ਆ ਕਈ ਵਾਰੀ ਬਹੁਤ ਮੁਸ਼ਕਿਲ ਆ, ਪਰ ਇਹ ਪਰਮੇਸ਼ਰ ਆਪਾਂ ਨੂੰ ਕਹਿੰਦਾ ਆ ਤੂੰ ਇਹ ਕੰਮ ਕਰ ਤੇ ਤੂੰ ਦੇਖੇਗਾ ਤੇਰੇ ਉੱਤੇ ਜਿਹੜੀ ਬਰਕਤ ਮੈਂ ਘੱਲੂਗਾ। ਆਮੇਨ, ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਇਸ ਦੇ ਨਾਲ ਹੀ ਆਪਾਂ ਵਰਸ 9ਵੀਂ ਤੇ 10ਵੀਂ ਪੜ੍ਹਦੇ ਆ। ਯਿਸੂ ਨੇ ਕਿਹਾ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਆਦਮੀ ਵੀ ਅਬਰਾਮ ਦਾ ਪੁੱਤਰ ਹੈ। ਮਨੁੱਖ ਦਾ ਪੁੱਤਰ ਗੁਆਚਿਆ ਹੋਇਆਂ ਨੂੰ ਲੱਭਣ ਅਤੇ ਉਹਨਾਂ ਨੂੰ ਬਚਾਉਣ ਆਇਆ ਹੈ। ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਅੱਜ ਇਸ ਘਰ ਵਿੱਚ ਮੁਕਤੀ ਆਈ ਹੈ। ਪਰਮੇਸ਼ਵਰ ਯਿਸੂ ਮਸੀਹ ਜੀ ਦੇ ਪੈਰ ਪਏ ਕਈ ਦੇ ਘਰ ਦੇ ਵਿੱਚ, ਤੇ ਪਰਮੇਸ਼ਰ ਕਹਿੰਦੇ ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਹੈ। ਜਦੋਂ ਪਰਮੇਸ਼ਰ ਯਿਸੂ ਮਸੀਹ ਜੀ ਦੇ ਪੈਰ ਆਪਣੇ ਦਿਲ 'ਚ ਪੈਂਦੇ ਨੇ, ਕਿਉਂਕਿ ਆਪਣਾ ਜਿਹੜਾ ਸਰੀਰ ਆ ਇਹ ਪਰਮੇਸ਼ਰ ਦਾ ਮੰਦਿਰ ਆ, ਪਰਮੇਸ਼ਰ ਦਾ ਘਰ ਆ, ਜਦੋਂ ਉਹਨਾਂ ਦੇ ਪੈਰ ਆਪਣੇ ਦਿਲ ਦੇ ਵਿੱਚ ਪੈਂਦੇ ਨੇ ਤਾਂ ਮੁਕਤੀ ਆਉਂਦੀ ਹੈ। ਆਮੇਨ, ਹਾਲੇਲੂਇਆ। ਤੇ ਮੈਂ ਤੇ ਮੇਰਾ ਘਰਾਨਾ ਪਰਮੇਸ਼ਰ ਦੀ ਹੀ ਸੇਵਾ ਕਰਾਂਗੇ, ਆਪਾਂ ਕਹਾਂਗੇ ਆਮੇਨ, ਹਾਲੇਲੂਇਆ। ਤੇ ਸਿਰਫ ਆਪਾਂ ਹੀ ਨਹੀਂ, ਤੇ ਆਪਾਂ ਕਹਿੰਦੇ ਜਾਈਏ, ਹੋ ਸਕਦਾ ਹੈ ਹਜੇ ਆਪਣੇ ਘਰ 'ਚੋਂ ਥੋੜੇ ਜਾਣੇ ਜਾਂ ਕੋਈ ਜਾਣਾ ਹੈ ਜਿਹੜਾ ਨਹੀਂ ਜਾਣਦਾ ਪਰਮੇਸ਼ਰ ਨੂੰ, ਦੈਟਸ ਓਕੇ। ਆਪਣੀ ਨੇਚਾ ਆਪਾਂ ਆਪਣੀਆਂ ਅੱਖਾਂ ਨਾਲ ਨਹੀਂ ਚੱਲ ਰਹੇ, ਆਪਾਂ ਪਰਮੇਸ਼ਰ ਦੀਆਂ ਅੱਖਾਂ ਨਾਲ ਚੱਲ ਰਹੇ ਹਾਂ। ਆਪਣੀ ਨੇਚਾ 'ਚ ਲੱਗੇ ਰਹੀਏ, ਪਰਮੇਸ਼ਰ ਦਾ ਪਿਆਰ ਅਗਲੇ ਨੂੰ ਦਿਖਾਈ ਜਾਈਏ ਕਿ ਪਰਮੇਸ਼ਰ ਆਪਣੇ ਵਿੱਚ ਕਿੱਦਾਂ ਦੇ ਵੱਡੇ ਕੰਮ ਕਰ ਰਿਹਾ। ਤੇ ਪਰਮੇਸ਼ਰ ਜਕਈ ਨੂੰ ਕਹਿੰਦਾ ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਹੈ। ਹਾਲੇਲੂਇਆ। ਕਿ ਪਰਮੇਸ਼ਰ, क्योंकि मनुष्य का पुत्र जो कोई खो गया था उसे ढूंढने के लिए, उसकी रक्षा के लिए आया है। आमेन, हालेलुया। ਜਦੋਂ ਕੋਈ ਇੱਕ ਭੇਡ ਜਦੋਂ ਗਵਾਚਦੀ ਆ ਹੈ, ਉਹ 99 ਨੂੰ ਛੱਡ ਕੇ ਉਸ ਇੱਕ ਦੇ ਪਿੱਛੇ ਜਾਂਦਾ ਆ ਹੈ। ਦੇਖੋ ਤੁਸੀਂ, ਤੇ ਇੱਥੇ ਵੀ ਆਏ ਉਨੀ ਭੀੜ ਨੂੰ ਸਾਰੀ ਨੂੰ ਛਡਾ ਕੇ ਪਰਮੇਸ਼ਰ ਦੀ ਨਿਗਾਹ ਉਸ ਇੱਕ ਬੰਦੇ ਤੇ ਪਈ ਤੇ ਉਹਨੇ ਮਿਹਰ ਕੀਤੀ ਉਹਦੇ ਤੇ ਨਾਂ ਲੈ ਕੇ ਉਸ ਬੰਦੇ ਨੂੰ ਬੁਲਾਇਆ। ਆਮੇਨ, ਹਾਲੇਲੂਇਆ। ਇਦਾਂ ਹੀ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵੀ, ਆਪਣੇ ਪਰਿਵਾਰ ਦੇ ਵਿੱਚ ਵੀ ਜੇ ਕੋਈ ਇਹੋ ਜਿਹਾ ਬੰਦਾ ਹੈਗਾ ਆ, ਆਪਾਂ ਇਹੀ ਦੁਆ ਕਰੀਏ ਕਿ ਉਹ ਬੰਦਾ at the right time at the right place ਹੋਵੇ, ਕਿ ਜਿੱਦਣ ਪਰਮੇਸ਼ਰ ਦੀ ਮਰਜ਼ੀ ਹੋਣੀ ਆ ਉਹ ਬੰਦਾ ਉਸ ਵੇਲੇ ਉੱਥੇ ਖੜਾ ਹੋਊਗਾ ਤੇ ਉਦੋਂ ਹੀ ਪਰਮੇਸ਼ਰ ਨੇ ਉਹਨੂੰ ਫੜ ਲੈਣਾ ਆ।
ਆਮੇਨ ਹਾਲੇਲੂਇਆ। ਇਹ ਬਿਲਕੁਲ ਮੁਮਕਿਨ ਹੈ, ਕਿਉਂਕਿ ਜਦੋਂ ਆਪਾਂ ਪਰਮੇਸ਼ਵਰ ਦੇ ਵਿੱਚ ਆਏ ਸੀਗੇ ਉਦੋਂ ਆਪਾਂ ਸ਼ਾਇਦ ਕਿਸੇ ਨੇ ਵੀ ਨਹੀਂ ਸੀ ਸੋਚਿਆ ਹੈ। ਜੇ ਕੋਈ ਮਸੀਹੀ ਘਰ ਦੇ ਵਿੱਚ ਪੈਦਾ ਹੋਇਆ ਆ ਉਹ ਡਿਫਰੈਂਟ ਗੱਲ ਆ, ਪਰ ਜਿਹੜੇ ਬਾਅਦ ਚ ਮਸੀਹੀ ਬਣੇ ਆ ਆਪਾਂ ਕਦੇ ਨਹੀਂ ਸੀ ਸੋਚਿਆ ਕਿ ਆਪਾਂ ਕਦੇ ਚਰਚ ਜਾਵਾਂਗੇ ਜਾਂ ਆਪਾਂ ਕਦੇ ਪਰਮੇਸ਼ਰ ਦੇ ਵਿੱਚ ਆਵਾਂਗੇ। ਆਪਾਂ ਕਦੇ ਨਹੀਂ ਸੀ ਸੋਚਿਆ ਜੇ ਆਪਣੇ ਲਈ ਇਹੋ ਮੌਕਾ ਇੱਕ ਆ ਸਕਦਾ ਆ ਤੇ ਉਹਨਾਂ ਦੇ ਲਈ ਵੀ ਆ ਸਕਦਾ ਹੈ। ਆਮੇਨ ਹਾਲੇਲੂਇਆ। ਤੇ ਧਿਆਨ ਰੱਖਿਏ, ਜਿੱਦਾਂ ਜਕਈ ਦੀ ਡਿਟਰਮੀਨੇਸ਼ਨ ਜਿਹੜੀ ਸੀਗੀ ਉਹਨੇ ਉਹਨੂੰ ਬਰਕਤ ਦਿੱਤੀ। ਉਹਨੇ ਠਾਣ ਲਿਆ ਸੀਗਾ ਕਿ ਮੈਂ ਬਸ ਕੁਛ ਨਾ ਕੁਛ ਮੈਂ ਕਰ ਹੀ ਲੈਣਾ ਹੈ। ਤੇ ਉਹ ਕਿੱਦਾਂ ਦੌੜ ਕੇ ਆਪਣੇ ਕੱਪੜੇ ਉਹਦੇ ਗੰਦੇ ਹੋਏ ਹੋਣਗੇ, ਕਿੱਦਾਂ ਉਹਨੇ ਕਰਾ ਕੇ ਉਹਨੇ ਪਰਵਾਹ ਨਹੀਂ ਕੀਤੀ ਵੀ ਲੋਕ ਕੀ ਕਹਿਣਗੇ। ਉਹਨੇ ਨਹੀਂ ਸੋਚਿਆ ਕਿ ਮੇਰਾ ਮਜ਼ਾਕ ਉਡਾਉਣਗੇ। ਆਪਾਂ ਕਈ ਵਾਰੀ ਕੰਮ ਤੇ ਵੀ ਪ੍ਰਭੂ ਯਿਸੂ ਮਸੀਹ ਜੀ ਦਾ ਨਾਂ ਦੱਸਦੇ ਹੀ ਨਹੀਂ, ਅਗਲਿਆਂ ਨੂੰ ਪਤਾ ਹੀ ਨਹੀਂਗਾ ਕਿ ਅਸੀਂ ਮਸੀਹੀ ਆ। ਕੰਮ ਤੇ ਲੋਕਾਂ ਨੂੰ ਪਤਾ ਹੀ ਨਹੀਂ ਅਸੀਂ ਮਸੀਹੀ ਆ, ਵੀ ਉਹ ਜੇ ਮੈਂ ਦੱਸਦਾ ਤਾਂ ਕਿਤੇ ਮੇਰੇ ਤੇ ਹੱਸਣ ਨਾ ਜਾਂ ਕਹਿਣਗੇ ਵੀ ਕੀ ਤੂੰ ਐਵੇਂ ਹੀ ਕਰੀ ਜਾਂਦਾ ਆ, ਵੀ ਕੀ ਬੋਲੀ ਜਾਂਦੀ ਆ, ਹੈ ਨਾ। ਆਪਾਂ ਦੱਸਦੇ ਹੀ ਨਹੀਂ ਹੈ। ਤੇ ਇਹ ਬੰਦਾ ਦੇਖੋ ਕਿੱਦਾਂ ਦੇ ਸ਼ਾਨ ਸ਼ੌਕਤ ਵਾਲੇ ਕੱਪੜੇ ਪਾ ਕੇ ਗਰਦੇ ਗੁਰਦੇ ਦੇ ਵਿੱਚ ਕਿੱਦਾਂ ਪੇੜ ਤੇ ਚੜ ਗਿਆ, ਕਿਉਂਕਿ ਇਹਨੇ ਪਰਵਾਹ ਨਹੀਂ ਕੀਤੀ ਹੈ, ਕਿਉਂਕਿ ਇਹਨੂੰ ਸਿਰਫ ਉਸ ਵੇਲੇ ਯਿਸੂ ਹੀ ਨਜ਼ਰ ਆ ਰਿਹਾ ਸੀਗਾ। ਆਮੇਨ। ਤੇ ਇਹ ਜ਼ਰੂਰੀ ਆ ਕਿ ਆਪਾਂ ਆਪਣੇ ਕੰਮ ਤੇ ਆਪਣੇ ਰਿਸ਼ਤੇਦਾਰਾਂ ਨੂੰ ਪਤਾ ਹੋਵੇ ਕਿ ਬੰਦਾ ਪਰਮੇਸ਼ਵਰ ਯਿਸੂ ਮਸੀਹ ਨੂੰ ਵਿਸ਼ਵਾਸ ਕਰਦਾ ਆ, ਤੇ ਆਪਣੀ ਟੈਸਟਮਨੀ ਉਹਦੇ ਨਾਲ ਦੇ ਨਾਲ ਉਹ ਲੋਕ ਦੇਖ ਸਕਣ। ਹਾਲੇਲੂਇਆ। ਤੇ ਜਿੱਦਾਂ ਉਸ ਜਨਾਨੀ ਨੇ ਵੀ ਕਿੱਦਾਂ ਪਰਮੇਸ਼ਵਰ ਨੂੰ ਛੂਹਿਆ, ਕੁਛ ਵੀ ਕਰਕੇ ਉਹ ਗਈ, ਉਹਨੇ ਛੂਹਿਆ, ਉਹਨੇ ਨਹੀਂ ਪਰਵਾਹ ਕੀਤੀ ਕਿ ਲੋਕ ਕੀ ਕਹਿ ਰਹੇ ਨੇ। ਤੇ ਦੇਖੋ ਉਹਨੇ ਬਰਕਤ ਪਾਈ, ਉਹਨੇ ਸ਼ਿਫਾ ਪਾਈ ਹੈ। ਆਮੇਨ ਹਾਲੇਲੂਇਆ। ਆਪਾਂ ਨੂੰ ਐ ਲੱਗਦਾ ਆ ਕਿ ਜਿਹੜਾ ਜਕਈ ਸੀਗਾ ਉਹ ਪਰਮੇਸ਼ਵਰ ਨੂੰ ਲੱਭ ਰਿਹਾ ਸੀਗਾ, ਪਰ ਪਰਮੇਸ਼ਵਰ ਨੂੰ ਨਹੀਂ ਸੀ ਲੱਭ ਰਿਹਾ, ਉਹ ਪਰਮੇਸ਼ਵਰ ਉਹਨੂੰ ਲੱਭ ਰਿਹਾ ਸੀਗਾ। ਆਮੇਨ ਹਾਲੇਲੂਇਆ। ਵਚਨ ਦੱਸਦਾ ਆ ਕਿ ਪਰਮੇਸ਼ਵਰ ਦੀ ਕਿਰਪਾ ਆਪਣੇ ਤੇ ਪਹਿਲਾਂ ਹੋਈ ਤਾਂ ਆਪਾਂ ਪਰਮੇਸ਼ਵਰ ਨੂੰ ਜਾਣ ਸਕੇ। ਆਮੇਨ। ਪਰਮੇਸ਼ਵਰ ਦੀ ਕਿਰਪਾ ਉਸ ਜਨਾਨੀ ਤੇ ਹੋਈ, ਪਰਮੇਸ਼ਵਰ ਦੀ ਕਿਰਪਾ ਪੌਲੂਸ ਤੇ ਹੋਈ, ਪਰਮੇਸ਼ਵਰ ਦੀ ਕਿਰਪਾ ਜਕਈ ਤੇ ਹੋਈ, ਪਰਮੇਸ਼ਵਰ ਦੀ ਕਿਰਪਾ ਉਹ ਸਾਰੇ ਲੋਕਾਂ ਤੇ ਹੋਈ ਤਾਂ ਉਹਨਾਂ ਨੂੰ ਜਾਣ ਸਕੇ। ਦੁਆ ਕਰੀਏ ਕਿ ਪਰਮੇਸ਼ਵਰ ਦੀ ਕਿਰਪਾ ਸਾਡੇ ਪਰਿਵਾਰ ਵਾਲਿਆਂ ਤੇ, ਸਾਡੇ ਬੱਚਿਆਂ ਤੇ, ਸਾਡੇ ਮਾਪਿਆਂ ਤੇ ਹੋਵੇ, ਤਾਂ ਕਰਕੇ ਪਰਮੇਸ਼ਵਰ ਦਾ ਉਹ ਦਰਵਾਜ਼ਾ ਖੁੱਲੇ ਕਿ ਪਰਮੇਸ਼ਵਰ ਨੂੰ ਉਹ ਜਾਣ ਸਕਣ। ਆਮੇਨ ਹਾਲੇਲੂਇਆ। ਤਾਂ ਕਰਕੇ ਆਪਾਂ ਦਰਵਾਜ਼ਾ ਆ ਜਿਹੜਾ ਉਹ ਆਪਣੇ ਰਿਸ਼ਤੇਦਾਰਾਂ ਦਾ ਨਹੀਂ ਖੜਕਾਉਣਾ, ਆਪਾਂ ਦਰਵਾਜ਼ਾ ਸਵਰਗ ਦਾ ਖੜਕਾਉਣਾ ਆ, ਕਿਉਂਕਿ ਉਹਨੇ ਕਿਰਪਾ ਕਰਨੀ ਆ ਤਾਂ ਦਰਵਾਜ਼ਾ ਉਹਨੇ ਆਪਣੇ ਰਿਸ਼ਤੇਦਾਰਾਂ ਦੇ ਦਿਲਾਂ ਦਾ ਦਰਵਾਜ਼ਾ ਖੜਕਾਉਣਾ ਆ। ਆਮੇਨ ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਤੇ ਸਵਰਗ ਦਾ ਦਰਵਾਜ਼ਾ ਜਿਹੜਾ ਖੜਕਾਉਣਾ ਆ ਇਹ ਹੈਗਾ ਆ ਕਿ ਆਪਾਂ ਨੂੰ ਦੁਆ ਦੇ ਵਿੱਚ ਬੈਠਣਾ ਪਊਗਾ। ਆਪਾਂ ਦੁਆ ਕਰੀਏ ਨਾ ਲੈ ਕੇ ਉਸ ਬੰਦੇ ਦਾ ਆਪਾਂ ਦੁਆ ਕਰਨੀ ਆ ਕਿ ਪਰਮੇਸ਼ਵਰ ਮਿਹਰ ਕਰ, ਕਿਰਪਾ ਕਰ ਕਿ ਅੱਜ ਉਹ ਬੰਦਾ ਜਿਹੜਾ ਹੈਗਾ ਆ ਉਹ ਪਰਮੇਸ਼ਵਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਆ ਸਕੇ। ਯੋਹੰਨਾ ਦੀ 4:23 ਦੇ ਵਿੱਚ ਲਿਖਿਆ ਆ, ਯੋਹੰਨਾ ਦੀ 4:23 ਵਰਸ ਦੇ ਵਿੱਚ ਜ਼ਰੂਰੀ ਆ ਕਿ ਆਪਾਂ ਆਪਣੇ ਆਪ ਨੂੰ ਤਿਆਰ ਕਰੀਏ। ਜਿੱਦਾਂ ਪਿਛਲੀ ਵਾਰੀ ਆਪਾਂ ਕਹਿੰਦੇ ਸੀਗੇ, ਇਸ ਤੋਂ ਪਹਿਲਾਂ ਕਿ ਆਪਾਂ ਦੁਆਵਾਂ ਕਰ ਸਕੀਏ, ਦਰਵਾਜ਼ੇ ਖੜਕਾ ਸਕੀਏ ਸਵਰਗ ਦਾ, ਜ਼ਰੂਰੀ ਆ ਕਿ ਆਪਾਂ ਪੂਰੀ ਤਰ੍ਹਾਂ ਦੇ ਨਾਲ ਆਤਮਾ ਤੇ ਸੱਚਾਈ ਦੇ ਵਿੱਚ ਅੱਗੇ ਵਧੀਏ। ਆਮੇਨ। ਹਾਂਜੀ, ਯੋਹੰਨਾ ਦੀ 4:23 ਦੇ ਵਿੱਚ ਲਿਖਿਆ ਆ, ਉਹ ਸਮਾਂ ਆ ਰਿਹਾ ਹੈ, ਸਗੋਂ ਆ ਚੁੱਕਾ ਹੈ, ਜਦੋਂ ਕਿ ਸੱਚੇ ਆਰਾਧਕ ਪਿਤਾ ਦੀ ਆਰਾਧਨਾ ਸੱਚਾਈ ਅਤੇ ਆਤਮਾ ਨਾਲ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਆਰਾਧਕਾਂ ਨੂੰ ਹੀ ਚਾਹੁੰਦਾ ਹੈ। ਆਮੇਨ ਹਾਲੇਲੂਇਆ। ਪਰਮੇਸ਼ਵਰ ਇਹੋ ਜਿਹੇ ਆਰਾਧਕਾਂ ਨੂੰ ਚਾਹੁੰਦਾ ਆ ਜਿਹੜੇ ਕਿ ਆਤਮਾ ਤੇ ਸੱਚਾਈ ਦੇ ਨਾਲ ਪਰਮੇਸ਼ਵਰ ਦੀ ਆਰਾਧਨਾ ਕਰਨ। ਆਤਮਾ ਤੇ ਸੱਚਾਈ ਦੇ ਨਾਲ ਮਤਲਬ ਵੀ ਦਿਖਾਵੇ ਦੇ ਲਈ ਨਹੀਂ, ਹੈ ਨਾ, ਪੂਰੇ ਦਿਲੋਂ ਪੂਰੀ ਤਰ੍ਹਾਂ ਦੇ ਨਾਲ ਆਪਾਂ ਜੁੜ ਜਾਈਏ, ਕਮਿਟਡ ਹੋ ਜਾਈਏ ਪਰਮੇਸ਼ਵਰ ਦੇ ਵਿੱਚ। ਪਰਮੇਸ਼ਵਰ ਕਮਿਟਮੈਂਟ ਨੂੰ ਬਹੁਤ ਮਹੱਤਤਾ ਦਿੰਦਾ ਆ। ਕਮਿਟਮੈਂਟ ਜਦੋਂ ਆਪਾਂ ਕਰਦੇ ਆ ਕਿਸੇ ਚੀਜ਼ ਤੇ, ਪਰਮੇਸ਼ਵਰ ਨੂੰ ਬਹੁਤ ਮਹੱਤਤਾ। ਆਪਾਂ ਦਰਵਾਜ਼ੇ ਖੁੱਲ੍ਹਦੇ ਦੇਖਾਂਗੇ ਜਦੋਂ ਆਪਣੀ ਕਮਿਟਮੈਂਟ ਪਰਮੇਸ਼ਵਰ ਦੇ ਨਾਲ ਪੱਕੀ ਹੁੰਦੀ ਜਾਏਗੀ। ਆਮੇਨ ਹਾਲੇਲੂਇਆ। ਇੱਧਰ ਉੱਧਰ ਅੱਖਾਂ ਨਾ ਲਾਈਏ, ਆਪਣੀ ਡੈਸਟੀਨੀ ਆ ਜਿਹੜੀ ਉਹਨੂੰ ਲੇਟ ਨਾ ਕਰੀਏ, ਬਲਕਿ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਫੜ ਕੇ ਰੱਖੀਏ, ਕਿਉਂਕਿ ਵੱਡੇ ਪਲਾਨ ਨੇ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਆਪਣੀਆਂ ਜ਼ਿੰਦਗੀਆਂ ਦੇ ਲਈ। ਤੇ ਰੋਜ਼ ਦੀ ਰੋਜ਼ ਆਪਾਂ ਨੂੰ ਸਲੀਬ ਚੱਕਣੀ ਪੈਣੀ ਆ, ਰੋਜ਼ ਦੀ ਰੋਜ਼ ਆਪਾਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾ ਪੈਣਾ, ਰੋਜ਼ ਦੀ ਰੋਜ਼ ਮਾਫੀਆਂ ਮੰਗ ਕੇ ਆਪਾਂ ਨੂੰ ਅੱਗੇ ਤੁਰਨਾ ਪੈਣਾ ਹੈ। ਆਮੇਨ ਹਾਲੇਲੂਇਆ। ਜਿੱਦਾਂ ਕਿਸੇ ਨੇ ਕਿਹਾ ਸੀਗਾ ਕਿ ਜਦੋਂ ਪਾਣੀ ਦਾ ਬਪਤਿਸਮਾ ਹੁੰਦਾ ਆ ਉਦੋਂ ਵੀ ਜਿਹੜੀ ਨੇਚਾ ਆ ਉਹ ਮੈਟਰ ਕਰਦੀ ਆ, ਕਿ ਨੇਚਾ ਜਿਹੜੀ ਆ ਉਹ ਦਿਸਦੀ ਚਾਹੀਦੀ ਹੈਗੀ ਆ। ਜਦੋਂ ਬੰਦਾ ਪਾਣੀ ਦੇ ਵਿੱਚ ਜਾਂਦਾ ਆ ਤੇ ਨਿਕਲਦਾ ਆ, ਉਹ ਨੇਚਾ ਹੁੰਦੀ ਆ ਕਿ ਬੰਦਾ ਹੁੰਦਾ ਹੈ ਕਿ ਹੁਣ ਮੈਂ ਮਰ ਗਿਆ,
ਦੁਨੀਆ ਦੇ ਲਈ ਤੇ ਹੁਣ ਮੈਂ ਨਿਕਲਿਆ ਆਇਆ ਪਰਮੇਸ਼ਵਰ ਦੇ ਲਈ ਹੈ। ਕਿਸੇ ਨੇ ਕਿਹਾ ਸੀਗਾ ਕਈ ਲੋਕ ਇਦਾਂ ਨੇ, ਉਹ ਜਿੱਦਾਂ ਕਹਿ ਲਓ ਵੀ ਸੁੱਕਾ ਪਾਪੀ ਅੰਦਰ ਜਾਂਦਾ ਹੈ, ਗਿੱਲਾ ਪਾਪੀ ਬਾਹਰ ਨਿਕਲੇ ਆਉਂਦਾ ਹੈ ਕਿਉਂਕਿ ਉਹਨਾਂ ਨੂੰ ਕਈ ਵਾਰੀ ਸਮਝ ਹੀ ਨਹੀਂ ਆਉਂਦੀ ਕਿ ਮੈਂ ਪਾਣੀ ਦਾ ਬਪਤਿਸਮਾ ਲੈ ਕਿਉਂ ਰਿਹਾ ਆ। ਉਹਨਾਂ ਨੂੰ ਮਤਲਬ ਦੇਖੋ ਦੇਖੀ ਜਿੱਦਾਂ ਕਹਿ ਲਓ ਕਈ ਵਾਰੀ ਹੋ ਜਾਂਦਾ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ। ਕਹਿੰਦੇ ਸੁੱਕਾ ਪਾਪੀ ਅੰਦਰ ਗਿਆ, ਗਿੱਲਾ ਪਾਪੀ ਬਾਹਰ ਨਿਕਲਿਆ ਆ। ਉਦਾਂ ਨਹੀਂ ਗਾ ਆਪਣਾ ਕੰਮ, ਆਪਾਂ ਪੂਰੇ ਤਰ੍ਹਾਂ ਦੇ ਨਾਲ ਸਾਡਾ ਦਿਲ ਆ ਜਿਹੜਾ ਉਹ ਪਰਮੇਸ਼ਵਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲੱਗਿਆ, ਕਿਉਂਕਿ ਇਹ ਇੱਕ ਪ੍ਰਿਵਿਲੇਜ ਆ ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਚ ਆਉਂਦੇ ਆ, ਜਦੋਂ ਆਪਾਂ ਪਰਮੇਸ਼ਵਰ ਦੀ ਸੇਵਾ ਕਰਦੇ ਆ, ਜਦੋਂ ਆਪਾਂ ਕੁਛ ਵੀ ਕਰਦੇ ਆ ਇੱਥੇ ਆ ਕੇ ਜਾਂ ਉੱਥੇ ਬੈਠ ਕੇ ਜਾਂ ਉੱਧਰ ਦੁਆਵਾਂ ਕਰਦੇ ਆ। ਇਹ ਇੱਕ ਪ੍ਰਿਵਿਲੇਜ ਆ, ਇੱਕ ਮਾਣ ਦੀ ਗੱਲ ਆ, ਇੱਕ ਆਦਰ ਦੀ ਗੱਲ ਆ ਕਿ ਆਪਾਂ ਪਰਮੇਸ਼ਵਰ ਦੇ ਲਈ ਕੁਛ ਵੀ ਕਰ ਸਕੀਏ। ਆਮੇਨ, ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਇਸ ਦੇ ਨਾਲ ਹੀ ਆਪਾਂ ਖੜੇ ਹੁੰਨੇ ਆ ਅੱਜ ਤੇ ਦੁਆ ਕਰਦੇ ਆ ਕਿ ਪਰਮੇਸ਼ਵਰ ਮਦਦ ਕਰ ਮੇਰੀ ਕਿ ਮੈਂ ਦੁਆ ਕਰ ਸਕਾਂ ਤੇ ਮੈਂ ਉਦਾਂ ਜਿੱਦਾਂ ਮੈਂ ਦੇਖਿਆ ਆ ਕਿ ਪੂਰੀ ਤਰ੍ਹਾਂ ਦੇ ਨਾਲ 100% ਜਿਹੜਾ ਜਕਈ ਸੀਗਾ ਉਹਨੇ ਆਪਣਾ ਦਿਲ ਤੈਨੂੰ ਦੇ ਦਿੱਤਾ, ਪੂਰੀ ਤਰ੍ਹਾਂ ਦੇ ਨਾਲ ਉਹ ਬੰਦਾ ਬਦਲ ਗਿਆ, ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ਵਰ ਉਹਨੇ ਆਪਣਾ ਆਪ ਤੇਰੇ ਅੱਗੇ ਅਰਪਿਤ ਕਰਤਾ। ਪਿਤਾ ਪਰਮੇਸ਼ਵਰ, ਅੱਜ ਮੈਂ ਦੁਆ ਕਰਦੀ ਆ ਪਿਤਾ ਪਰਮੇਸ਼ਵਰ ਕਿ ਮੈਨੂੰ ਵੀ ਤੂੰ ਬਦਲ ਦੇ।